ਜੇ ਬਰਨਾਲਾ ਸਾਹਿਬ ਸੁਰਜੀਤ ਸਿੰਘ ਬਰਨਾਲਾ ਜੀ ਮਰਹੂਮ ਨੇ ਹੁੰਦੇ, ਮਾਨਯੋਗ ਬਰਨਾਲਾ ਸਾਹਿਬ ਜੇ ਉਦੋਂ ਕਿਤੇ ਸਟੈਂਡ ਲੈ ਲੈਂਦੇ 26 ਜਨਵਰੀ 1986 ਨੂੰ ਜਦੋਂ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰਨਾ ਸੀ ਤੇ ਇੱਕਦਮ ਰੋਕਤਾ ਸੀ, ਕਿਤੇ ਅਸਤੀਫਾ ਸੁੱਟ ਦਿੰਦੇ ਦਿੱਲੀ ਵੱਲ, ਤੇ ਸ਼ਾਇਦ ਅੱਜ ਚੰਡੀਗੜ੍ਹ ਪੰਜਾਬ ਦਾ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਆਰਡਰ ਹੈ ਕਿ ਤੁਸੀਂ ਆਪਣੀ ਖੇਤੀ ਵਾਸਤੇ ਟਿਊਬਵੈੱਲ ਨਹੀਂ ਲਗਾ ਸਕਦੇ, ਵੀ ਤੁਸੀਂ ਪਾਣੀ ਕੱਢ ਸਕਦੇ ਹੋ। ਕਿਸਾਨ ਜੀ ਨੇ ਖੇਤੀ ਕਰਨੀ, ਉਹ ਨਹੀਂ ਕੱਢ ਸਕਦਾ, ਜਾਓ ਜੀ ਉੱਥੇ ਆਪਰੇਟਰ ਕੋਲ, ਉਹਦੇ ਮਗਰ ਭੱਜੇ ਫਿਰੋ ਜੀ, ਉਹ ਕਦੋਂ ਆਇਆ ਕਦੋਂ ਨਹੀਂ ਆਇਆ। ਮੈਂ ਸੋਚ ਕੇ ਮੈਂ ਕਿਹਾ ਸੀਕਰੀ ਸਾਹਿਬ ਲੈਟ ਮੀ ਸੇ ਕਿ SYL ਇੱਕ ਪੋਲੀਟੀਕਲ ਮੁੱਦਾ ਬਣ ਚੁੱਕਾ ਹੈ। ਔਰ 1 ਨਵੰਬਰ 1966 ਨੂੰ ਇੱਥੋਂ ਦੀ ਸਰਕਾਰੀ ਭਾਸ਼ਾ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਕਰ ਦੇਣੀ, ਸਭ ਧੱਕੇ ਹੀ ਹੈ। ਇਹ ਸਾਰੇ ਧੱਕੇ ਇੱਦਾਂ ਦੇ। ਅੱਜ ਕੱਲ੍ਹ ਅਸੀਂ ਵੀ ਬਤੌਰ ਜਰਨਲਿਸਟ IAS ਅਫਸਰਾਂ ਕੋਲ ਬਹੁਤ ਜਾਂਦੇ ਹਾਂ, ਨਿਰਾਸ਼ਾ ਹੁੰਦੀ ਹੈ। ਕਿਤੇ ਪੰਜਾਬ ਦਾ ਫਿਕਰ ਹੀ ਨਹੀਂ ਗਾ, ਕਿਤੇ ਪੰਜਾਬ ਦਾ ਤੇ ਹੀ ਨਹੀਂ ਗਾ, ਦਰਦ ਹੀ ਨਹੀਂ ਗਾ। ਬਸ ਰੂਟੀਨ ਦੀਆਂ ਖੁਸ਼ਕ ਮੀਟਿੰਗਾਂ ਕਰਨੀਆਂ, ਡੰਗ ਡਪਾਉਣਾ, ਆਪਣੇ ਬੌਸ ਨੂੰ ਖੁਸ਼ ਕਰਨਾ, ਉੱਥੋਂ ਤੱਕ ਸੀਮਤ ਹੈ ਵੀ ਮਲਾਈਦਾਰ ਕੁਰਸੀ ਮਿਲ ਜੇ, ਚਾਪਲੂਸੀ ਕਰੋ। ਇਹ ਵੀ ਇੱਕ ਕਾਰਨ ਪੰਜਾਬ ਜਿਹੜਾ ਬਹੁਤ ਪਛੜ ਰਿਹਾ। ਜਿੰਨੇ ਵੀ ਐਡਵਾਈਜ਼ਰ ਇੱਥੇ ਆਉਂਦਾ ਨਾ ਗਵਰਨਰ ਰਾਜ 'ਚ, ਉਹ ਸਾਰੇ ਉਸ ਤੋਂ ਬਾਅਦ ਗਵਰਨਰ ਬਣਨਾ ਚਾਹੁੰਦੇ। ਹਾਂ, ਜਲਦੀ ਤੋਂ ਜਲਦੀ। ਉਹਨਾਂ ਕੋਈ ਇਨਸਾਫ ਨਾਲ ਨਹੀਂ ਹੈ, ਉਹਨਾਂ ਨੇ ਆਪਣੇ ਆਕਾ ਨੂੰ ਖੁਸ਼ ਕਰਨਾ ਉੱਥੇ। ਤੇ ਸੈਂਟਰ ਨੇ ਬਾਂਦਰ ਵਾਂਗੂ ਜ਼ਰੂਰ ਤਕੜੀ ਲੈ ਕੇ ਵਿੱਚ ਬੈਠ ਜਾਣਾ, ਦੋਨੋਂ ਸਟੇਟਾਂ ਨੂੰ ਥੋੜਾ ਇੱਧਰ ਤੋਂ ਥੋੜਾ ਇੱਧਰ ਕਰਕੇ ਤਾਂ ਲੜੀ ਜਾਣ। ਇਹ ਅਸੂਲ ਚੱਲਿਆ ਹੈ ਪਾਣੀ ਦੇ ਵਿੱਚ ਵੀ, ਵੰਡੋ ਤੇ ਰਾਜ ਕਰੋ। ਹੁਣ ਮੇਰੇ ਸਾਹਮਣੇ ਸਾਰੀ ਪੋਜੀਸ਼ਨ ਕਲੀਅਰ ਸੀ ਕਿ ਸਰਕਾਰ ਭੱਜੂ ਸੀ, ਕੁਝ ਨਹੀਂ ਸੀ ਕਰਨਾ ਚਾਹੁੰਦੀ। ਪੰਜਾਬ ਲਈ ਇੱਕ ਹੋਰ ਵੱਡੀ ਮੁਸੀਬਤ ਸਾਹਮਣੇ ਆ ਰਹੀ ਹੈ, ਉਹ ਹੈ ਸਤਲੁਜ ਜਮਨਾ ਲਿੰਕ ਕਨਾਲ ਪ੍ਰੋਜੈਕਟ, ਜਿਹਨੂੰ SVL ਕਿਹਾ ਜਾਂਦਾ। ਉਹਦੇ ਉੱਪਰ ਵੱਡਾ ਬਵਾਲ ਖੜਾ ਹੋ ਗਿਆ, ਭਾਵੇਂ ਹੋਵੇ ਸੁਪਰੀਮ ਕੋਰਟ ਤੇ ਭਾਵੇਂ ਹੋਵੇ ਭਾਰਤ ਦੀ ਸਰਕਾਰ। ਲੱਗਦਾ ਇਹ ਹੈ ਵੀ SVL ਦੇ ਮੁੱਦੇ ਉੱਪਰ ਸਾਰੇ ਪੰਜਾਬ ਤੋਂ ਔਖੇ ਹੀ ਨੇ। ਸੋ ਇਸ ਔਖਿਆਈ ਦੌਰਾਨ ਅਸੀਂ ਤੁਹਾਨੂੰ ਉਹ ਰਾਜ ਦੱਸਾਂਗੇ, ਉਹ ਪੁਰਾਣੇ ਤੱਥ ਦੱਸਾਂਗੇ SVL ਦੇ ਨਾਲ ਜੁੜੇ ਜਿਹੜੇ ਨੇ, ਜਿਹੜੇ ਸ਼ਾਇਦ ਕਈ ਸਾਲਾਂ ਤੋਂ ਗੁੰਮ ਪਏ ਸੀ, ਖਾਸ ਕਰਕੇ 32 ਸਾਲਾਂ ਤੋਂ। 1990 ਤੋਂ ਉਹ ਕਿਹੜਾ ਸ਼ਖਸ ਸੀ, ਉਹ ਕਿਹੜਾ ਪੰਜਾਬੀ ਸੀ, ਉਹ ਪੰਜਾਬ ਦੀ ਕਿਹੜੀ ਸ਼ਖਸੀਅਤ ਸੀ ਜਿਹਨੇ ਆਪਣੀ ਬੁੱਧੀ ਤੇ ਆਪਣੀ ਦਲੇਰੀ ਨਾਲ SVL ਤੋਂ ਹਰਿਆਣਿਆਂ ਵੱਲ ਇੱਕ ਬੂੰਦ ਵੀ ਪਾਣੀ ਨਹੀਂ ਜਾਣ ਦਿੱਤਾ। ਤੁਹਾਡੇ ਰੂਬਰੂ ਕਰਾਂਗੇ, ਉਹ ਨੇ SS ਬੋਪਰਾਏ ਜੀ। ਬੋਪਰਾਏ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਬੋਪਰਾਏ ਸਾਹਿਬ ਬਾਰੇ ਤੁਸੀਂ ਸਾਰੇ ਜਾਣਦੇ ਜੇ। ਬੋਪਰਾਏ ਸਾਹਿਬ ਸਾਬਕਾ IAS ਅਧਿਕਾਰੀ ਨੇ ਪੰਜਾਬ ਦੇ, ਔਰ ਅਧਿਕਾਰੀ ਤੋਂ ਇਲਾਵਾ ਜਿਹੜਾ ਇੱਕ ਪੰਜਾਬ ਦਾ ਵੱਡਾ ਦੁਖਾਂਤ ਹੈ ਵੀ ਜਿਹੜੇ ਉੱਚ ਅਧਿਕਾਰੀ ਨੇ ਉਹ ਪੰਜਾਬੀਅਤ 'ਚ ਗੜੋਚ ਨਹੀਂ ਹੁੰਦੇ। ਜਿਹੜੇ ਉੱਚ ਅਧਿਕਾਰੀ ਨੇ ਮਹਿਜ ਅਫਸਰ ਬਣ ਕੇ ਰਹਿ ਜਾਂਦੇ ਨੇ। ਪਰ ਬੋਪਰਾਏ ਸਾਹਿਬ ਇੱਕ ਪੰਜਾਬੀਆਂ ਦੀ ਵੱਡੀ ਸ਼ਖਸੀਅਤ ਹੈ। ਬੋਪਰਾਏ ਜੀ, ਪਹਿਲੀ ਗੱਲ ਤੇ SVL ਅੱਜ ਫਿਰ ਗਰਮਾ ਗਿਆ। ਤੁਸੀਂ ਬਤੌਰ ਸੈਕਟਰੀ ਇਰੀਗੇਸ਼ਨ ਕੰਮ ਕੀਤਾ, ਉੱਥੇ ਪਤਾ ਲੱਗਾ ਵੱਡੇ ਫੈਸਲੇ ਲਏ। ਤੁਹਾਡੇ ਪੈਨ ਜਿਹੜੇ ਸੀ ਉਹਨਾਂ ਨੇ SVL ਨੂੰ ਰੋਕਣ 'ਚ ਵੱਡਾ ਰੋਲ ਅਦਾ ਕੀਤਾ। ਸਾਰਾ ਖੁੱਲ ਕੇ ਦੱਸੋ ਅੱਜ। ਦੇਖੋ, ਸਾਰੀ ਉਮਰ ਸਰਵਿਸ ਵਿੱਚ ਰਹੇ ਜੀ, ਤੇ ਇਹ ਚੀਜ਼ਾਂ ਗਵਰਨੈਂਸ ਕੀ ਹੁੰਦੀ ਹੈ, ਦੇ ਕੀ ਅਸੂਲ ਨੇ, ਇਹ ਬਾਰ-ਬਾਰ ਸਾਹਮਣੇ ਆਉਂਦੇ ਨੇ। ਕਿਸ ਸ਼ਕਲ ਵਿੱਚ ਆਉਂਦੇ ਨੇ? ਇਹ ਆਉਂਦੇ ਨੇ, ਕੋਈ ਇਵੈਂਟ ਹੋ ਗਈ, ਕੋਈ ਚੀਜ਼ ਦੀ ਲੋੜ ਹੈ, ਉਹਦੇ ਤੇ 2 ਓਪੀਨੀਅਨਸ ਨੇ, ਉਹਦਾ ਕੀ ਨਤੀਜਾ ਨਿਕਲਿਆ, ਕਿਵੇਂ ਕੱਢਿਆ ਜਾਂਦਾ ਹੈ, ਇਹ ਸਾਰਾ ਕੁਝ ਦੇਖਣ ਕਰਕੇ ਮੈਂ ਤਾਂ ਇੱਕ ਨਤੀਜੇ 'ਤੇ ਪਹੁੰਚਿਆ ਹਾਂ ਕਿ ਗਵਰਨੈਂਸ ਦੇ ਵਿੱਚ ਸਾਡਾ ਮੁਲਕ ਇੱਕ ਬੇਅਸੂਲਾ ਮੁਲਕ ਹੈ। ਬਹੁਤ ਵੱਡੀ ਗੱਲ ਕਹਿ ਰਹੇ ਸਰ। ਨਾ ਇਹ ਕੌਂਸਟੀਟਿਊਸ਼ਨ 'ਤੇ ਜਾਂਦੇ ਨੇ, ਨਾ ਇਹ ਕਿਸੇ ਗਵਰਨੈਂਸ ਦੇ ਅਸੂਲ 'ਤੇ ਜਾਂਦੇ ਨੇ। ਓਕੇ।
ਨਾ ਜਿਵੇਂ ਪਿਛੋਕੜ ਦੇਖਦੇ ਨੇ ਵੀ ਕੋਈ ਚੀਜ਼ ਕਿਸ ਤਰ੍ਹਾਂ ਹੁੰਦੀ ਰਹੀ ਹੈ। ਇਮੋਸ਼ਨ ਦੇ ਥੱਲੇ, ਧਰਮ ਦੇ ਵਲਵਲੇ ਵਿੱਚ, ਜਾਤ ਪਾਤ ਦੇ ਵਲਵਲੇ ਵਿੱਚ ਇਹੋ ਜਿਹੀਆਂ ਗੱਲਾਂ ਸਾਡੇ ਫੈਸਲੇ ਕਰਦੇ ਨੇ, ਭਾਵੇਂ ਉਹ ਕਚਹਿਰੀਆਂ ਹੋਣ, ਵੱਡੀ ਤੋਂ ਵੱਡੀ ਹੋਵੇ, ਛੋਟੀ ਤੋਂ ਛੋਟੀ, ਪਰ ਆਮ ਭਾਵੇਂ ਸਰਕਾਰ ਹੋਵੇ। ਕਾਟ ਰਿਹਾ ਵੀ ਆਮ ਇਹ ਕਹਿ ਜਾਂਦਾ ਵੀ ਭਲੇ ਜ਼ਮਾਨੇ ਸੀ, ਤੁਸੀਂ ਤੇ ਭਲਿਆਂ ਜ਼ਮਾਨੇ ਦੀ ਗੱਲ ਕਰਦੇ ਜੇ, ਉਦੋਂ ਵੀ ਇਦਾਂ ਦੇ ਬੁਰੇ ਕੰਮ ਹੀ ਹੁੰਦੇ ਸੀ। ਸਾਰਿਆਂ ਨੂੰ ਬੁਰਾ ਕੰਮ ਉਦੋਂ ਇਹੋ ਹੋਇਆ, ਪਾਣੀ ਦਾ ਜੀ ਮਾਮਲਾ। ਜੀ ਉਸ ਤੋਂ ਬਾਅਦ ਹੋਇਆ ਲਿੰਗੁਇਸਟਿਕ ਸਟੇਟਸ ਵਗੈਰਾ ਬਣਾਉਣ ਦੇ ਵਿੱਚ, ਤੇ ਹੋਰ ਵੀ ਵਿੱਚ ਕਈ ਹੋਣਗੇ, ਲੇਕਿਨ ਜਿਹੜੇ ਵੱਡੇ ਜਿਨ੍ਹਾਂ ਤੋਂ ਤੁਸੀਂ ਨਤੀਜੇ ਕੱਢ ਸਕਦੇ ਹੋ ਜੀ, ਉਹ ਇਹ ਇੱਕ ਮਸਲਾ ਸੀ। ਪਾਣੀ ਦੀ ਵੰਡ ਜਿਹੜੀ ਸੀ, ਇਹ ਕੋਈ ਨਵੀਂ ਵੰਡ ਤਾਂ ਹੈ ਨਹੀਂ ਸੀ ਜੀ, ਅੰਗਰੇਜ਼ਾਂ ਵੇਲੇ ਵੀ ਹੋਈ ਹੈ। ਰਾਜਸਥਾਨ ਨੂੰ, ਰਾਜਾ ਆਫ ਬੀਕਾਨੇਰ ਨੂੰ ਪਾਣੀ ਚਾਹੀਦਾ ਸੀ ਆਪਣੇ ਬੀਕਾਨੇਰ ਵਾਸਤੇ, ਤੇ ਉਹ ਪਾਣੀ ਦਿੱਤਾ ਗਿਆ। ਬੀਕਾਨੇਰ ਕਨਾਲ, ਜਾਂ ਜਿਹਨੂੰ ਗੰਗ ਕਨਾਲ ਕਹਿੰਦੇ ਨੇ ਜੀ, ਉਹਦਾ ਕਦੇ ਕਿਸੇ ਨੇ ਨਾਮ ਨਹੀਂ ਸੁਣਿਆ ਹੋਣਾ, ਗੰਗ ਕਨਾਲ ਜਾਂ ਬੀਕਾਨੇਰ ਕਨਾਲ, ਕਿਉਂਕਿ ਉਹਦਾ ਕਦੇ ਝਗੜਾ ਹੋਇਆ ਹੀ ਨਹੀਂ। ਉਹ ਝਗੜਾ ਕਿਉਂ ਨਹੀਂ ਹੋਇਆ? ਅੰਗਰੇਜ਼ਾਂ ਨੇ ਪੰਜਾਬ ਤੇ ਬੀਕਾਨੇਰ ਦਾ ਆਪਸ ਸਮਝੌਤਾ ਕਰਾ ਦਿੱਤਾ ਵੀ ਅਸੀਂ ਇੰਨਾ ਪਾਣੀ ਦੇਵਾਂਗੇ। ਇਹ ਫੈਸਲਾ ਹੋ ਗਿਆ ਕਿ ਇੰਨੀ ਬੀਕਾਨੇਰ ਰਾਇਲਟੀ ਦੇਗਾ ਪੰਜਾਬ ਨੂੰ ਹਰ ਸਾਲ। ਤੇ ਉਹ ਲੈਣ ਦੇਣ ਬਰਾਬਰੀ ਦੇ ਅਸੂਲ ਤੇ ਰੱਖ ਕੇ ਕੀਤਾ ਗਿਆ ਜੀ, ਹੈ ਜੀ। ਭਾਰਤ ਆਜ਼ਾਦ ਹੁੰਦੇ ਕੁਝ ਸਾਲਾਂ ਬਾਅਦ ਹੀ ਇੱਕ ਤਾਂ ਰਾਇਲਟੀ ਦਾ ਕੁਐਸਚਨ ਖਤਮ ਕਰ ਦਿੱਤਾ ਗਿਆ। ਦੂਜਾ ਜਿਹੜਾ ਹੈ ਕਿ ਪਾਣੀ ਕਿੱਥੇ ਕਿਹਨੂੰ ਦੇਣਾ, ਇਹਦੇ ਵਿੱਚ ਸਮਝੌਤਾ ਕਿ ਦੋਨੋਂ ਸਟੇਟਸ ਤੇ ਛੱਡੋ, ਉਹਨਾਂ ਨੂੰ ਕਰਨ ਦਿਓ। ਉਹ ਦੋ ਬਿੱਲੀਆਂ ਤੇ ਬਾਂਦਰ ਦਾ ਤੁਸੀਂ ਪੁਰਾਣੀ ਗੱਲ ਸੁਣੀ ਹੋਈ ਹੈ ਜੀ। ਤੇ ਸੈਂਟਰ ਨੇ ਬਾਂਦਰ ਵਾਂਗੂ ਜ਼ਰੂਰ ਤਕੜੀ ਲੈ ਕੇ ਵਿੱਚ ਬੈਠ ਜਾਣਾ, ਦੋਨੋਂ ਸਟੇਟਾਂ ਨੂੰ ਥੋੜਾ ਇੱਧਰ ਤੋਂ ਕਰ, ਥੋੜਾ ਇੱਧਰ ਕਰਕੇ ਤਾਂ ਲੜੀ ਜਾਣ। ਇਹ ਅਸੂਲ ਚੱਲਿਆ ਹੈ ਪਾਣੀ ਦੇ ਵਿੱਚ ਵੀ, ਵੰਡੋ ਤੇ ਰਾਜ ਕਰੋ। ਹਾਂਜੀ, ਇਹਨਾਂ ਨੇ ਕੋਈ ਇਹ ਨਹੀਂ ਰੱਖਿਆ ਵੀ ਇਹ ਦੋ, ਇੱਕ ਬੰਦੇ ਕੋਲ ਚੀਜ਼ ਹੈ, ਦੂਜੇ ਨੂੰ ਚਾਹੀਦੀ ਹੈ, ਉਹ ਆਪਸ ਚ ਉਹਦਾ ਕਰ ਲੈਣ, ਸੌਦਾ ਕਰ ਲੈਣ। ਆਪਾਂ ਸਿੱਧੇ ਉੱਥੇ ਹੀ ਚੱਲਦੇ ਹਾਂ। ਤੁਸੀਂ ਸਭ ਤੋਂ ਪਹਿਲਾਂ ਸੈਕਟਰੀ ਇਰੀਗੇਸ਼ਨ ਕਦੋਂ ਰਹੋ, ਕਿਹਦੀ ਸਰਕਾਰ ਸੀ, ਤੇ ਉਦੋਂ ਐਸਵੀਐਲ ਦੀ ਕੀ ਸਥਿਤੀ ਸੀ? ਮੈਨੂੰ ਸੈਕਟਰੀ ਇਰੀਗੇਸ਼ਨ ਐਂਡ ਪਾਵਰ ਮੈਂ 2 ਵਾਰੀ ਰਿਹਾ ਜੀ, ਦੋਨੋਂ ਵਾਰੀ ਸ਼ਾਰਟ ਪੀਰੀਅਡ ਸੀਗੇ। ਪਹਿਲੀ ਵਾਰੀ ਤਾਂ ਮੈਨੂੰ ਬਰਨਾਲਾ ਸਾਹਿਬ ਨੇ, ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ, ਰਾਜੀਵ ਲੌਂਗੋਵਾਲ ਅਕੋਰਡ ਹੋਇਆ ਸੀ, ਉਹਦੇ ਥੱਲੇ ਸਰਕਾਰਾਂ ਬਣੀਆਂ, ਰਾਜੀਵ ਲੌਂਗੋਵਾਲ ਅਕੋਰਡ ਇੰਪਲੀਮੈਂਟ ਕਰਨਾ ਸੀ। ਬਿਲਕੁਲ ਠੀਕ। ਉਹਦੇ ਵਾਸਤੇ 24 ਜੁਲਾਈ 1985। ਹਾਂਜੀ, ਉਹਦੇ ਵਿੱਚ ਮੈਨੂੰ ਸੈਕਟਰੀ ਇਰੀਗੇਸ਼ਨ ਪਾਵਰ ਉਹਨਾਂ ਨੇ ਲਾਇਆ ਸੀ, ਲੇਕਿਨ ਮੈਂ 3.5 ਮਹੀਨੇ ਬਾਅਦ ਛੱਡ ਗਿਆ। 24 ਜੁਲਾਈ 1985 ਅਕੋਰਡ ਤੋਂ ਬਾਅਦ ਕਿ ਪਹਿਲਾਂ ਸੀ ਤੁਸੀਂ ਉੱਥੇ? ਮੈਨੂੰ ਅਕੋਰਡ ਤੋਂ ਬਾਅਦ ਦਸੰਬਰ 1985 ਵਿੱਚ ਉਹਨਾਂ ਨੇ ਸੈਕਟਰੀ ਇਰੀਗੇਸ਼ਨ ਪਾਵਰ ਲਾਇਆ। ਠੀਕ ਹੈ। ਤੇ 3.5-4 ਮਹੀਨੇ ਬਾਅਦ ਜਦੋਂ ਮੈਂ ਦੇਖਿਆ ਸਾਡਾ ਵਿਊ ਨਹੀਂ ਰਲਦਾ, ਕਿਹਦੇ ਨਾਲ? ਸਾਰੀ ਸਰਕਾਰ ਕਹਿ ਲਓ, ਬਰਨਾਲਾ ਸਾਹਿਬ ਕਹਿ ਲਓ, ਬਲਵੰਤ ਸਿੰਘ ਕਹਿ ਲਓ, ਜੋ ਮਰਜ਼ੀ ਕਹਿ ਲਓ, ਜਿਹੜੇ ਉਦੋਂ ਪ੍ਰਧਾਨ ਜਿਹੜੇ ਯਾਰ ਸਰਕਾਰਾਂ ਦੀਆਂ ਨੀਤੀਆਂ ਮੁਤਾਬਕ ਹੀ ਚੱਲਦੇ ਆ, ਤੁਸੀਂ ਉਲਟੀ ਰਾਹ ਫੜ ਲਿਆ। ਦੇਖੋ, ਉਹ ਉਲਟ ਰਾਹ ਹੀ ਕਿ ਸਹੀ ਰਾਹ ਸੀ ਪੰਜਾਬ ਲਈ? ਇਹ ਤੁਸੀਂ ਇੱਕ ਤਾਂ ਮੈਨੂੰ ਵਡਿਆ ਦਿੱਤਾ, ਇਹ ਕਹਿ ਕੇ ਮੇਰੇ ਕਿ ਗੁੜੋਚਾ ਮੈਂ ਪੰਜਾਬੀਅਤ ਦੇ ਵਿੱਚ। ਨਹੀਂ, ਉਹ 'ਚ ਕੋਈ ਸ਼ੱਕ ਨਹੀਂ, ਮੈਂ ਭਾਰਤ ਵਾਸਤੇ ਵੀ ਗੁੜੋਚਾ ਜੀ, ਸੱਚੀ ਗੱਲ ਹੈ ਜੀ। ਉੱਥੇ ਵੀ ਉਸੇ ਤਰ੍ਹਾਂ ਪਹਿਰਾ ਦਿੱਤਾ। ਤੁਸੀਂ ਭਾਰਤ ਸਰਕਾਰ ਤੇ ਲੰਬੀ ਨੌਕਰੀ ਕੀਤੀ? ਹਾਂਜੀ, 2 ਵਾਰੀ ਮੈਂ ਰਿਹਾ ਉੱਥੇ, ਰਿਟਾਇਰ ਵੀ ਮੈਂ ਉੱਥੋਂ ਹੋਇਆ ਸੈਕਟਰੀ ਦੇ ਤੌਰ ਤੇ। ਸੋ ਮੈਂ ਆਪਣੇ ਜਿਹੜਾ ਵੀ ਜੌਬ ਹੋਵੇ ਉਹਦੇ ਵਿੱਚ ਪੂਰਾ ਲੀਨ ਹੁੰਦਾ ਸੀ। ਫਿਰ ਇਹ ਬਰਨਾਲਾ ਸਾਹਿਬ ਨੂੰ ਕਿਉਂ ਛੱਡਦਾ 3.5 ਮਹੀਨੇ ਬਾਅਦ? ਕਿਉਂਕਿ ਬਲੇਟੈਂਟਲੀ ਗਲਤ ਫੈਸਲਾ ਲੈ ਰਹੇ ਸੀਗੇ ਜਿਹਦਾ ਸਟੇਟ ਨੂੰ ਨੁਕਸਾਨ ਹੋਣਾ ਸੀ। ਐਸਵੀਐਲ ਦੇ ਬਾਰੇ, ਪਾਣੀਆਂ ਦੇ ਬਾਰੇ। ਇਰਾਡੀ ਟ੍ਰਿਬਿਊਨਲ ਉਦੋਂ ਸੈਟਅਪ ਹੋਣਾ ਸੀ। ਕਿਉਂਕਿ ਰਾਜੀਵ ਲੌਂਗੋਵਾਲ ਅਕੋਰਡ 'ਚ ਲਿਖਿਆ ਸੀ ਕਿ ਪਾਣੀਆਂ ਬਾਰੇ ਇੱਕ ਟ੍ਰਿਬਿਊਨਲ ਬਣਾਇਆ ਜਾਏਗਾ। ਸੋ ਉਹਦੇ ਟਰਮ ਜਿਹੜੀਆਂ ਸੀਗੀਆਂ ਉਹ ਪਹਿਲਾਂ ਤਾਂ ਕਨਸਟੀਟਿਊਸ਼ਨਲ ਨਹੀਂ ਸੀ।
ਹਾਂ, ਇੱਕ ਮੀਟਿੰਗ ਸੀ, ਉਹਦੇ ਵਿੱਚ ਅਸੀਂ ਆਪਣੇ ਨੈਸ਼ਨਲ ਵਾਟਰ ਪਾਲਿਸੀ ਬਣਾਉਣ ਤੇ ਉਹਦੇ ਵਾਸਤੇ ਅਸੀਂ ਸਟੇਟ ਵੱਲੋਂ ਕਮੈਂਟ ਦੇਣੇ ਸੀ। ਬਰਨਾਲਾ ਸਾਹਿਬ ਕੋਈ ਇਰੀਗੇਸ਼ਨ ਪਾਵਰ ਦਾ ਮਹਿਕਮਾ ਸੀ। ਮੈਂ ਕਿਹਾ ਮੈਂ ਇਸ ਤਰ੍ਹਾਂ ਸੇ ਕਮੈਂਟਸ ਦੇਣੇ, ਮੈਂ ਉੱਥੇ ਜਾਣਾ ਤੇ ਤੁਹਾਡੇ ਆਪਣੇ ਕਮੈਂਟਸ ਡਿਸਕਸ ਵੀ ਕਰ ਲਿਆ, ਤੁਹਾਡੀ ਅਪਰੂਵਲ ਵੀ ਲੈਣੀ ਹੈ ਜੀ ਵੀ ਸਾਡੀ ਸਟੇਟ ਦੇ ਇਹ ਵਿਊਜ਼ ਨੇ। ਉਹਨਾਂ ਕਿਹਾ ਅੱਛਾ ਮੈਂ ਬੁਲਾਊਂਗਾ, ਫਿਰ ਰਿਮਾਈਂਡ ਕਰਵਾਇਆ, ਫਿਰ ਵੀ ਉਹਨਾਂ ਟਾਈਮ ਨਾ ਮਿਲਿਆ, ਬੜੇ ਬਿਜ਼ੀ ਹੁੰਦੇ ਆ CM, ਕਈ ਵਾਰੀ ਇੰਪੋਰਟੈਂਸ ਨਹੀਂ ਜੀ ਅਪਰੀਸ਼ੀਏਟ ਹੁੰਦੀ ਪੂਰੀ, ਤੇ ਜਾਂ ਸਟਾਫ ਨਹੀਂ ਠੀਕ ਕੰਮ ਕਰਦਾ, ਜੀ ਜਿਵੇਂ ਵੀ ਹੈ ਉਹ ਮੈਨੂੰ ਟਾਈਮ ਨਹੀਂ ਦੇ ਸਕੇ। ਫਿਰ ਮੈਂ ਕਿਹਾ ਜੀ ਹੁਣ ਤਾਂ ਮੀਟਿੰਗ ਆ ਗਈ ਉੱਥੇ, ਤੇ ਤੁਸੀਂ ਉੱਥੇ ਮੀਟਿੰਗ ਦੇ ਮੈਂਬਰ ਹੋ, 6 ਮੈਂਬਰ ਸੀ ਉਸ ਕਮੇਟੀ ਦੇ। ਕਹਿੰਦੇ ਮੈਂ ਉੱਥੇ ਆਉਣਾ, ਆਪਾਂ ਫਿਰ ਪੰਜਾਬ ਭਵਨ ਬੈਠ ਕੇ ਡਿਸਕਸ਼ਨ ਕਰ ਲਾਂਗੇ ਤੇ ਗੱਲ। ਇੰਨੇ ਵੱਡੇ ਇਸ਼ੂ ਤੇ ਚੰਡੀਗੜ੍ਹੋਂ ਡਿਸਕਸ ਕਰਕੇ ਹੀ ਨਹੀਂ ਤੁਰੇ। ਓਕੇ, ਫਿਰ ਉੱਥੇ ਆਏ ਹੀ ਨਹੀਂ। ਅੱਛਾ ਜੀ, ਮੀਟਿੰਗ ਚ ਆਏ ਨਹੀਂ। ਹਾਂ, ਨੈਸ਼ਨਲ ਤੁਹਾਡੇ ਕੋਲ ਅਪਰੂਵਲ ਕੋਈ ਨਹੀਂ? ਨੈਸ਼ਨਲ ਵਾਟਰ ਪਾਲਿਸੀ ਕੋਈ ਨਹੀਂ। ਫਿਰ ਜੋ ਮੇਰੇ ਕੋਲ ਮਿੰਟ ਸੀ, ਮੇਰੇ ਨਾਲ ਚੀਫ ਇੰਜੀਨੀਅਰ ਉਦੋਂ ਹੁੰਦੇ ਸੀਗੇ ਅਵਤਾਰ ਸਿੰਘ ਸੇਖੋਂ। ਠੀਕ ਹੈ, ਬੜੇ ਮਸ਼ਹੂਰ ਸ਼ਖਸੀਅਤ ਸੀ ਉਹ ਵੀ। ਤੇ ਅਸੀਂ ਹੁਣ ਦੋਨਾਂ ਨੇ ਫੈਸਲਾ ਕੀਤਾ ਵੀ ਨਹੀਂ, ਆਪਾਂ ਆਪਣੇ ਕਮੈਂਟ ਦਾਖਲ ਕਰ ਦਈਏ। ਉਹਦੇ ਵਿੱਚ ਜੀ ਜਿਹੜਾ ਰਾਡੀ ਟ੍ਰਿਬਿਊਨਲ ਦਾ ਆਰਡੀਨੈਂਸ ਬਣਾਇਆ ਗਿਆ ਸੀ, ਉਹਦੇ ਬਾਰੇ ਅਸੀਂ ਇਹ ਕਮੈਂਟ ਲਿਖ ਕੇ ਦਿੱਤੇ ਕਿ ਸਟੇਟਸ ਦੀ ਆਪਸ ਦੇ ਵਿੱਚ ਖੁਸ਼ਹਸੀਤੀ ਰਵੇ, ਇਹਦੇ ਵਾਸਤੇ ਇਹੋ ਜਿਹੇ ਕਾਣੇ ਅਨਕਨਸਟੀਟਿਊਸ਼ਨਲ ਕਾਨੂੰਨ ਨਹੀਂ ਹੋਣੇ ਚਾਹੀਦੇ। ਇਹ ਸ਼ਬਦ ਤੁਸੀਂ ਬਕਾਇਦਾ ਆਪਣੇ ਰਾਡੀ ਟ੍ਰਿਬਿਊਨਲ ਉਹਨਾਂ ਨੇ ਅਨਾਉਂਸ ਕਰਨਾ, ਰਾਡੀ ਟ੍ਰਿਬਿਊਨਲ ਦੀ ਸੈਟਅਪ ਅਨਾਉਂਸ ਕਰਤੀ ਸੀ ਜੀ, ਲੇਕਿਨ ਉੱਥੇ ਹੀ ਭਾਰਤ ਸਰਕਾਰ ਸੌਂ ਗਈ ਜਦੋਂ ਉਹਨਾਂ ਨੇ ਸਾਡੇ ਇਹ ਕਮੈਂਟ ਪੜ੍ਹੇ। ਅੱਛਾ ਜੀ, ਕਿ ਅਸੀਂ ਇਹਨੂੰ ਪਰ ਇਹ ਅਨਕਨਸਟੀਟਿਊਸ਼ਨਲ ਤੁਸੀਂ ਸਰਕਾਰ ਦੀ ਅਪਰੂਵਲ ਤੋਂ ਬਿਨਾਂ ਹੀ ਦੇ ਆਏ। ਮੈਂ ਕੀ ਕਰਦਾ, ਹੁਣ ਮੀਟਿੰਗ ਸੀ, ਉੱਥੇ ਕਮੈਂਟ ਦੇਣੇ ਸੀਗੇ ਤੇ ਮੈਂ ਉਹ ਉੱਥੇ ਕਮੈਂਟ ਸਟੇਟ ਵੱਲੋਂ ਜੋ ਦੇਣੇ ਸੀ, ਮੈਂ ਕਿਹੜਾ ਆਪਣੇ ਪਰਸਨਲ ਦੇ ਰਿਹਾ ਸੀ, ਉਹ ਅਨਕਨਸਟੀਟਿਊਸ਼ਨਲ ਸੀਗਾ ਜੀ। ਤੁਸੀਂ ਹੈਰਾਨ ਹੋਵੋਗੇ ਕਿ ਭਾਰਤ ਸਰਕਾਰ ਸੌਂ ਗਈ। ਅੱਛਾ ਜੀ, ਉਹਨਾਂ ਨੇ ਕੋਈ ਦਫ਼ਤਰ ਨਹੀਂ ਦਿੱਤਾ ਦਿੱਤੇ ਉਸ ਤੋਂ ਬਾਅਦ, ਉਸ ਕਮੈਂਟ ਤੋਂ ਬਾਅਦ। ਅੱਛਾ, ਕੋਈ ਉਹਨਾਂ ਨੇ ਟ੍ਰਿਬਿਊਨਲ ਨੂੰ ਆਫਿਸ ਨਹੀਂ ਦਿੱਤਾ, ਕੋਈ ਸਟਾਫ ਨਹੀਂ ਦਿੱਤਾ, ਸੌਂ ਗਏ। ਇਹ ਫਿਰ ਦੋਨੋਂ ਉੱਥੇ ਗਏ, ਬਰਨਾਲਾ ਸਾਹਿਬ ਤੇ ਬਲਵੰਤ ਸਿੰਘ ਜੀ। ਉਹ ਕਹਿੰਦੇ ਵੀ ਤੁਹਾਡੀ ਸਰਕਾਰ ਵੱਲੋਂ ਤੇ ਕਮੈਂਟ ਆਏ ਹੋਏ ਆ। ਵਿੱਤ ਮੰਤਰੀ ਬਲਵੰਤ ਸਿੰਘ। ਹਾਂ ਜੀ, ਹਾਂ, ਉਹ ਜ਼ਿਆਦਾ ਮਤਲਬ ਐਕਟਿਵ ਉਹ ਹੁੰਦੇ ਸੀ ਇਹਨਾਂ ਸਰਕਾਰਾਂ ਵਿੱਚ ਜੀ। ਤੇ ਫਿਰ ਉਹਨਾਂ ਨੇ ਦੁਬਾਰਾ ਟ੍ਰਿਬਿਊਨਲ ਬਣਾਇਆ। ਓਕੇ, ਜਿਹੜਾ ਉਹ ਆਰਡੀਨੈਂਸ ਸੀ ਉਹ ਛੱਡ ਦਿੱਤਾ, ਇੱਕ ਨਵਾਂ ਆਰਡੀਨੈਂਸ ਬਣਾਇਆ। ਸਾਡੇ ਕਮੈਂਟਸ ਦਾ ਇੰਨਾ ਅਸਰ ਹੋਇਆ ਤੇ ਉਹ ਅਕੋਰਡਿੰਗਲੀ ਸੀ ਜਿਵੇਂ ਤੁਸੀਂ ਕਿਹਾ ਸੀ ਤੁਹਾਡੇ ਕਮੈਂਟਸ ਦੇ। ਉਹ ਜਦੋਂ ਆਇਆ ਸਾਡੇ ਸਾਹਮਣੇ, ਸਾਨੂੰ ਨਹੀਂ ਸੀ ਪਤਾ ਵੀ ਇਹ ਬਰਨਾਲਾ ਸਾਹਿਬ ਦੀ ਤੇ ਸਰਕਾਰ ਦੀ, ਬਲਵੰਤ ਸਿੰਘ ਦੀ ਸਹਿਮਤੀ ਤੋਂ ਬਾਅਦ ਦੂਜਾ ਆਰਡੀਨੈਂਸ ਬਣਿਆ। ਉਹ ਅੱਛਾ ਜੀ। ਮੈਂ ਐਡਵੋਕੇਟ ਜਨਰਲ ਸਾਹਿਬ ਉਦੋਂ ਹੁੰਦੇ ਸੀ, ਗਰੇਵਾਲ ਸਾਹਿਬ, ਕੀ ਨਾਮ ਉਹਨਾਂ ਦਾ, ਪਹਿਲਾ ਨਾਮ ਮੈਂ ਭੁੱਲ ਗਿਆ। ਅੱਛਾ, ਕੋਈ ਗਰੇਵਾਲ ਸਾਹਿਬ ਸੀਗੇ। ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਆ ਸਕਦੇ ਹੋ, ਉਹ ਆ ਗਏ। ਅਸੀਂ ਦੋਨਾਂ ਭਰਾਵਾਂ ਨੇ ਬੈਠ ਕੇ ਗੱਲਬਾਤ ਕੀਤੀ। ਮੈਂ ਕਿਹਾ ਮੈਨੂੰ ਤਾਂ ਇਹ ਅਜੇ ਵੀ ਅਨਕਨਸਟੀਟਿਊਸ਼ਨਲ ਲੱਗਦਾ ਹੈ, ਸਿਰਫ ਵਰਡਸ ਹੀ ਹੇਰ ਫੇਰ ਹੈ। ਉਹ ਕਹਿੰਦੇ ਬਿਲਕੁਲ ਅਨਕਨਸਟੀਟਿਊਸ਼ਨਲ। ਮੈਂ ਕਿਹਾ ਤੁਸੀਂ ਮੈਨੂੰ ਲਿਖ ਕੇ ਦੇ ਸਕਦੇ ਹੋ? ਉਹਨਾਂ ਨੇ ਮੈਨੂੰ ਇੱਕ ਪੰਨਾ ਲਿਖ ਕੇ ਦੇਤੀ ਆਪਣੀ ਐਡਵਾਈਸ। ਅੱਛਾ ਜੀ। ਹੁਣ ਮੇਰੇ ਸਾਹਮਣੇ ਸਾਰੀ ਪੋਜੀਸ਼ਨ ਕਲੀਅਰ ਸੀ ਕਿ ਸਰਕਾਰ ਭੱਜੂ ਸੀ, ਕੁਝ ਨਹੀਂ ਸੀ ਕਰਨਾ ਚਾਹੁੰਦੀ। ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਸਰਕਾਰ ਨੂੰ ਕਿਸੇ ਤਰ੍ਹਾਂ ਐਮਬੈਰਸ ਕਰਾਂ। ਓਕੇ, ਤੇ ਮੈਂ ਮਨ 'ਚ ਬਣਾਇਆ ਵੀ ਮੈਂ ਹੁਣ ਬਰਨਾਲਾ ਸਾਹਿਬ ਨੂੰ ਮਿਲ ਜਾਊਂਗਾ, ਉਹਨਾਂ ਨੂੰ ਕਹੂੰਗਾ ਕਿ ਆ ਦੇਖੋ ਆਪਣੇ ਐਡਵੋਕੇਟ ਜਨਰਲ ਦੀ। ਤੁਹਾਨੂੰ ਉਦੋਂ ਤੱਕ ਪਤਾ ਲੱਗ ਗਿਆ ਸੀ ਵੀ ਬਰਨਾਲਾ ਸਾਹਿਬ ਤੇ ਬਲਵੰਤ ਹੋਣਾ ਦੀ ਸਹਿਮਤੀ ਨਾਲ ਇਹ ਸਾਰਾ ਕੁਝ? ਇਹ ਬਾਅਦ 'ਚ ਪਤਾ ਲੱਗਾ, ਬਾਅਦ 'ਚ ਪਤਾ ਲੱਗਾ। ਓਕੇ, ਫਿਰ ਜੀ? ਤੇ ਮੈਂ ਅਗਲੇ ਦਿਨ ਸਵੇਰੇ ਹੀ ਉਹਨਾਂ ਕੋਲ ਪਹੁੰਚ ਗਿਆ, ਉਹਨਾਂ ਨੂੰ ਮਿਲਿਆ। ਮੈਂ ਕਿਹਾ ਜਿਹੜਾ ਹੁਣ ਨਵਾਂ ਆਰਡੀਨੈਂਸ ਹੋਇਆ ਹੈ ਇਹ ਵੀ ਉਸੇ ਤਰ੍ਹਾਂ ਅਨਕਨਸਟੀਟਿਊਸ਼ਨਲ ਹੈ। ਉਹ ਕਹਿੰਦੇ ਤੁਹਾਨੂੰ ਕੀ ਨਹੀਂ ਕਿਹਾ? ਮੈਂ ਕਿਹਾ ਮੈਨੂੰ ਐਡਵੋਕੇਟ ਜਨਰਲ ਸਾਹਿਬ ਨੇ ਰਾਏ ਦਿੱਤੀ, ਨਾਲੇ ਮੈਂ ਰਾਏ ਅੱਗੇ ਕਰ ਦਿੱਤੀ। ਪੱਕੇ ਪੈਰੀਂ ਗਏ? ਉਹ ਉਦੋਂ ਵੀ ਪੱਕੇ ਪੈਰੀਂ ਸੀ।
ਅੱਛਾ ਜੀ। ਉਹਨਾਂ ਨੇ ਉਹ ਪੰਨੇ ਵੱਲ ਦੇਖਿਆ ਨਹੀਂ, ਹੂੰ। ਕਹਿੰਦੇ ਐਡਵੋਕੇਟ ਜਨਰਲ ਹੈਜ਼ ਚੇਂਜਡ ਹਿਸ ਮਾਈਂਡ। ਬਾਈ। ਜਿਹੜਾ ਸ਼ਾਮ ਨੂੰ ਮੈਨੂੰ ਗਰੇਵਾਲ ਸਾਹਿਬ ਨੇ ਲਿਖ ਕੇ ਦਿੱਤਾ, ਹੂੰ। ਉਹ ਫਿਰ ਉਹਨਾਂ ਦੀ, ਤੁਹਾਨੂੰ ਪਤਾ ਉਹਨਾਂ ਦਾ ਚੋਇਸ ਹੁੰਦਾ, ਪੋਲੀਟੀਕਲ ਬੰਦੇ ਹੁੰਦੇ ਆ, ਪੁਆਇੰਟੀ ਹੁੰਦੇ ਆ, ਉਹਨਾਂ ਨੇ ਬੁਲਾਇਆ ਹੁਣ ਦੱਸਿਆ ਜੀ ਵੀ ਇਹ ਉਸੇ ਤਰ੍ਹਾਂ ਹੀ ਆ। ਉਹਨੇ ਕਿਹਾ ਤੂੰ ਇਹ ਕਿੱਥੇ ਕੀਤਾ, ਉਹਨੂੰ ਬਦਲਵਾ ਲਿਆ। ਮੈਂ ਨਹੀਂ ਉਹਨਾਂ ਨਾਲ ਗੱਲ ਕੀਤੀ ਗਰੇਵਾਲ ਸਾਹਿਬ ਨਾਲ, ਮੈਨੂੰ ਨਹੀਂ ਪਤਾ ਕੀ ਹੋਇਆ ਉਹਨਾਂ ਨਾਲ। ਓਕੇ। ਲੇਕਿਨ ਉਹਨਾਂ ਨੇ ਮੇਰੇ ਪੈਰੋਂ ਰੇਤ ਨਿਕਲ ਗਈ ਥੱਲੇ, ਮੈਂ ਪੰਨਾ ਵਾਪਸ ਲਿਆ ਤੇ ਆ ਗਿਆ। ਇਹ ਸੋਚ ਕੇ ਮੈਂ ਕੀ ਕਰਾਂ। ਉਹਨਾਂ ਦਿਨਾਂ 'ਚ ਮੈਂ ਲੇਕ ਤੇ 7 ਸੈਕਟਰ ਮੇਰੀ ਕੋਠੀ ਸੀ, ਲੇਕ ਤੇ ਮੈਂ ਜਾਂਦਾ ਹੁੰਦਾ ਸੀ ਰੋਜ਼ ਮੈਂ ਦੌੜਨ। ਪੁੱਛਣਾ ਚਾਹੁੰਦਾ ਉਦੋਂ ਤੁਹਾਡੀ ਏਜ ਕਿੰਨੀ ਸੀ? ਇਹ ਦਲੇਰੀ 1985 ਦੀਆਂ ਗੱਲਾਂ ਜਾਂ ਹੁੰਦੀ ਹੈ ਜਾਂ ਨਹੀਂ ਹੁੰਦੀ, ਇਹਦਾ ਉਮਰ ਨਾਲ ਕੋਈ ਹਿਸਾਬ ਕਿਤਾਬ ਨਹੀਂ। ਕਿਆ ਬਾਤ। ਠੀਕ ਹੈ ਜੀ। ਉਮਰ ਨਾਲ ਨਹੀਂ ਹੁੰਦੀ। ਅੱਜ ਵੀ ਦਲੇਰੀ ਹੈ, ਉਹੀ ਦਲੇਰੀ ਹੈ। ਉਮਰ ਨਾਲ ਸਿਆਣਪ ਭਾਵੇਂ ਅੱਜ ਵੀ, ਦਲੇਰੀ ਨਹੀਂ ਆਉਂਦੀ। ਮੈਨੂੰ ਲੱਗਦਾ ਉਮਰ ਨਾਲ ਜੇ ਸਿਆਣਪ ਦਾ ਵੀ ਕੋਈ ਮੇਲ ਨਹੀਂ ਹੋਇਆ, ਇਹ ਤੇ ਕੁਦਰਤੀ ਹੈ। ਇਹ ਵੀ ਠੀਕ ਹੈ ਜੀ, ਕਿਉਂਕਿ ਸਾਲ ਬਾਅਦ, ਅੱਛਾ ਜੀ, ਜਦੋਂ ਅਲਟੀਮੇਟਲੀ ਉਹਨਾਂ ਨੂੰ 3-4 ਮਹੀਨੇ ਬਾਅਦ ਜਾਂ ਪਤਾ ਨਹੀਂ ਸਾਲ ਬਾਅਦ ਉਹਨਾਂ ਨੂੰ ਸਰਕਾਰ ਛੱਡਣੀ ਪਈ। ਫਿਰ ਮੇਰੇ ਉਦੋਂ ਮੈਨੂੰ ਲੱਗਦਾ ਸੀ ਇੱਕ ਇਹ ਵੀ ਬੜੀ ਮਿੱਥ ਚੱਲਦੀ ਆ ਵੀ ਜੇ ਬਰਨਾਲਾ ਸਾਹਿਬ, ਸੁਰਜੀਤ ਸਿੰਘ ਬਰਨਾਲਾ ਜੀ ਮਰਹੂਮ ਨੇ ਹੁੰਦੇ, ਮਾਨਯੋਗ ਬਰਨਾਲਾ ਸਾਹਿਬ ਜੇ ਉਦੋਂ ਕਿਤੇ ਸਟੈਂਡ ਲੈ ਲੈਂਦੇ 26 ਜਨਵਰੀ 1986 ਨੂੰ ਜਦੋਂ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰਨਾ ਸੀ ਤੇ ਇੱਕਦਮ ਰੋਕਤਾ ਸੀ, ਕਿਤੇ ਅਸਤੀਫਾ ਸੁੱਟ ਦਿੰਦੇ ਦਿੱਲੀ ਵੱਲ, ਤੇ ਸ਼ਾਇਦ ਅੱਜ ਚੰਡੀਗੜ੍ਹ ਪੰਜਾਬ ਦਾ ਹੁੰਦਾ। ਉਹ ਸਾਰਿਆਂ ਨਾਲ ਚੰਗੀ ਗੱਲ ਹੋਣੀ ਸੀ, ਪਰ ਮੈਨੂੰ ਪਤਾ ਸੀ ਵੀ ਸਰਕਾਰਾਂ ਕਦੇ ਪਾਵਰ 'ਚ ਮਸਾ ਤਾਂ ਆਉਂਦੀਆਂ। 71 MLA ਸੀ ਉਦੋਂ ਉਹਨਾਂ ਦੇ, ਕਦੇ ਨਹੀਂ ਸੀ ਆਏ। ਪਰ ਮੈਨੂੰ ਦੱਸੋ ਵੀ ਪਾਵਰ ਸਰਕਾਰਾਂ ਕਿਤੇ ਉੱਪਰੋਂ ਡਿੱਗਦੀ ਹੈ? ਪਾਵਰ ਤੇ ਪੰਜਾਬੀ ਦਿੰਦੇ ਨੇ ਨਾ। ਪਾਵਰ ਤਾਂ ਇੱਥੇ ਹੁੰਦੀ ਆ, ਉੱਪਰੋਂ ਤਾਂ ਸਰਕਾਰ ਤਾਜ ਤਾਂ ਪਰਮਾਤਮਾ ਰੱਖ ਦਿੰਦਾ, ਬਾਕੀ ਤਾਂ ਇੱਥੇ ਹੁੰਦੀ ਸਰਕਾਰ, ਤੁਹਾਡੇ ਜਿਗਰੇ ਵਿੱਚ, ਤੁਹਾਡੇ ਦਿਲ ਦੇ ਵਿੱਚ, ਇੱਥੇ ਵੱਸਦੀ ਪਾਵਰ, ਤੁਹਾਡੀ ਸੱਚਾਈ ਤੇ ਚੱਲਦੀ। ਪਰ ਪਾਵਰ ਭੁਲਾ ਕਿਉਂ ਦਿੰਦੀ? ਜਦੋਂ ਕੋਈ ਮੁੱਖ ਮੰਤਰੀ ਵਿਧਾਇਕ ਬਣਦਾ, ਥੋੜਾ ਆਪਾਂ ਹੋਰ ਪਾਸੇ ਜਾ ਰਹੇ ਹਾਂ, ਫਿਰ ਉਹ ਜਿਹੜੇ ਸੰਦੂਕੜੀਆਂ ਭਰ ਕੇ ਵੋਟਾਂ ਦੇ ਕੇ ਇੱਥੇ ਭੇਜਦੇ ਨੇ, ਝੰਡੇ ਵਾਲੀਆਂ ਕਾਰਾਂ, ਉਹਨਾਂ ਨੂੰ ਕਿਉਂ ਭੁੱਲ ਜਾਂਦੇ? ਫਿਰ ਸਰਕਾਰ ਵਿੱਚ ਆ ਕੇ ਪਤਾ ਨਹੀਂ ਕਿੰਨੇ ਪ੍ਰੈਸ਼ਰ ਹੁੰਦੇ, ਮੈਨੂੰ ਨਹੀਂ ਪਤਾ, ਕਿਉਂਕਿ ਮੇਰੇ ਤੋਂ ਤਾਂ ਕਦੇ ਪ੍ਰੈਸ਼ਰ ਕੋਈ ਪਹੁੰਚ ਨਹੀਂ ਸਕਿਆ। ਪ੍ਰੈਸ਼ਰ ਤਾਂ ਪਿਆ, ਪਰ ਤੁਸੀਂ ਮਤਲਬ ਮੇਰੇ ਤਾਂ ਮੇਰਾ ਤਾਂ ਹੀ ਨਹੀਂ ਪਹੁੰਚ ਸਕਿਆ, ਸੱਚੀ ਗੱਲ। ਮੇਰੇ ਦਿਮਾਗ 'ਚ ਨਹੀਂ ਵੜਿਆ, ਮੇਰੇ ਦਿਲ 'ਚ ਨਹੀਂ ਵੜਿਆ। ਕਿਆ ਬਾਤ। ਹਾਂ, ਸਾਰੀ ਉਮਰ ਇਹ ਨਹੀਂ ਪਹਿਲੀ ਵਾਰੀ ਉਦੋਂ ਨਾ ਕੀਤੀ ਆ। ਅੱਛਾ, ਫਿਰ ਇਹ ਦੱਸੋ ਤੁਸੀਂ, ਉਸ ਤੋਂ ਬਾਅਦ ਟਰਾਂਸਫਰ ਦਾ ਕਿਵੇਂ ਚੱਲੀ ਗੱਲ? ਮੈਂ ਤੁਸੀਂ ਦੱਸਿਆ ਲੇਕ ਤੇ ਸੌਰ ਕਰਨ ਜਾਂਦਾ ਸੀ, ਮੈਂ ਕਿਹਾ ਜੀ ਮੈਂ ਦੌੜਨ ਗਿਆ ਸੀ, ਤੂੰ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਡਿੱਗਿਆ ਸੀ ਤੁਸੀਂ? ਨਾ, ਕਿਤੇ I was very healthy, very healthy। ਬਹਾਨਾ ਲਾਇਆ ਤਾਂ ਕਿ ਸਰਕਾਰ ਨੂੰ embarrassment ਨਾ ਹੋ। ਕਮਾਲ ਹੈ। ਤੇ 2 ਮਹੀਨੇ ਦੀ ਮੈਂ ਕਿਹਾ ਮੈਂ ਛੁੱਟੀ। ਮਤਲਬ ਤੁਹਾਨੂੰ ਸਰਕਾਰ ਦਾ ਵੀ ਫਿਕਰ ਸੀ? ਹਾਂ, ਨੈਚੁਰਲ। ਸਟੇਟ ਦਾ ਵੀ ਫਿਕਰ ਸੀ? ਨੈਚੁਰਲ। embarrassment ਕਾਹਦੇ ਲਈ ਕਰਨੀ ਹੈ। ਸੋ ਲੇਕਿਨ ਜਦੋਂ ਸਾਲ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਟ੍ਰਾਂਸਫਰ ਕਰਤਾ ਬਰਨਾਲਾ ਸਾਹਿਬ। ਹਾਂ, 2 ਮਹੀਨੇ ਮੈਂ ਛੁੱਟੀ ਕੱਟੀ। ਉਸ ਤੋਂ ਬਾਅਦ ਮੈਨੂੰ ਉਹਨਾਂ ਹੈਲਥ ਸੈਕਟਰੀ ਲਾਤਾ ਤੇ ਮੈਡੀਕਲ ਐਜੂਕੇਸ਼ਨ ਸੈਕਟਰੀ ਲਾਤਾ। ਉਹਦੇ ਮਿਨਿਸਟਰ ਸੀਗੇ ਦਾਲਮ ਸਾਹਿਬ ਤੇ ਹੈਲਥ ਦੇ ਸੀ ਸੁਖਦੇਵ ਸਿੰਘ ਢਿੱਲੋਂ, ਬੜੇ ਕਾਬਲ ਆਦਮੀ, ਬੜਾ ਮਜ਼ਾ ਆਇਆ ਉਹਨਾਂ ਨਾਲ ਗੱਲ ਕਰਕੇ। ਦਾਲਮ ਸਾਹਿਬ ਵੀ ਬੜੇ ਸਿਆਣੇ ਬੰਦੇ ਸੀ ਤੇ ਸੁਖਦੇਵ ਸਿੰਘ ਢਿੱਲੋਂ ਨੂੰ ਤਾਂ ਸਾਰੀ ਗੱਲ ਦਾ ਪਤਾ ਸੀ, ਪਰ ਸਰਨਾਤਾ ਸਿੰਘ ਦਾਲਮ ਨਾਲ ਮੇਰੀ ਇਹ ਗੱਲਾਂ ਨਹੀਂ ਸੀ ਖੁੱਲੀਆਂ ਕਿ ਕੀ ਕੁਛ ਉਦੋਂ ਹੋਇਆ। ਤੇ ਜਦੋਂ ਮੈਂ ਉਹਨਾਂ ਰਿਜ਼ਾਈਨ ਕਰਕੇ ਸਰਕਾਰ ਨੇ, ਮੈਂ ਉਹਨਾਂ ਤੇ ਕਰਟਸੀ ਕਾਲ ਵਾਸਤੇ ਗਿਆ ਉਹਨਾਂ ਨੂੰ, ਫਿਰ ਮੈਂ ਸਾਰੀਆਂ ਗੱਲਾਂ ਹੁੰਦਾ ਹੀ ਯਾਰ ਵੇਲੇ ਸੀ ਮੈਂ ਦਾਲਮ ਸਾਹਿਬ। ਉਦੋਂ ਮੈਨੂੰ ਕਹਿੰਦੇ ਦੇਖੋ ਤੁਸੀਂ ਮੈਨੂੰ ਅੱਜ ਇਹ ਗੱਲ ਦੱਸੀ ਆ, ਪਰ ਅੱਜ ਤੋਂ 5-6 ਦਿਨ ਪਹਿਲਾਂ ਜਦੋਂ ਇਹ 'ਚ ਗੱਲ ਬੜੀ ਉਚਾਈ ਤੇ ਸੀ ਵੀ ਕੀ ਕਰਨਾ ਹੁਣ, ਤੇ ਜਿਹਦੇ ਕਰਕੇ ਅਲਟੀਮੇਟਲੀ 6 ਦਿਨ ਬਾਅਦ ਰਿਜ਼ਾਈਨ ਕਰਨਾ ਪਿਆ ਸਾਨੂੰ, ਉਦੋਂ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਮਿਲਣਾ ਸੀ, ਬਰਨਾਲਾ ਸਾਹਿਬ ਨੂੰ, ਤੇ ਮੈਂ ਉਹਨਾਂ ਦੇ ਘਰ ਗਿਆ ਜੀ। ਉੱਥੇ ਕਹਿੰਦੇ ਪਾਣੀਆਂ ਵਾਲੇ ਤੁਹਾਡੇ 5-6 ਐਕਸਪਰਟ ਬੈਠੇ ਸੀ। ਓਕੇ। ਉਹਨਾਂ ਦੇ ਸਾਹਮਣੇ ਉਦੋਂ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਬਿਹਤਰ ਤਾਂ ਸੀ ਕਿ ਮੈਂ ਸਾਲ ਪਹਿਲਾਂ ਬੋਪਰ ਦੇ ਆਖੇ ਲੱਗ ਜਾਂਦਾ। ਸੋ ਮਤਲਬ ਬਾਅਦ 'ਚ ਸਮਝ ਆ ਗਈ। ਉਹ ਇੰਨੇ ਕਾਬਿਲ ਬੰਦੇ ਸੀ,
ਐਡਮਿਨਿਸਟ੍ਰੇਟਰ ਬਿਊਰੋਕਰੈਟ ਨਾਲੋਂ ਵੀ ਜ਼ਿਆਦਾ ਅਸੂਲ ਤੇ ਕਾਇਮ ਰਹਿੰਦੇ ਸੀ ਕੌਣ ਜੀ? ਬਰਨਾਲਾ ਸਾਹਿਬ। ਅੱਛਾ, ਹਾਂ, ਓਕੇ। ਬੜੇ ਹੀ ਪਰ ਇੱਥੇ ਫੇਅਰ ਕਿਤੇ ਮਾਈਂਡ। ਖੱਤਾ ਖਾ ਗਏ। ਬਸ ਉਹ ਬਜਾਏ ਸਾਡੇ ਸੁਣਨ ਦੇ ਹੂੰ, ਹੋਰਾਂ ਦੀਆਂ ਸੁਣ ਲਈਆਂ ਉਹਨਾਂ ਨੇ। ਹੂੰ, ਤੇ ਜੇ ਉਹ ਉਦੋਂ ਮੈਂ ਐਡਵਾਈਸ ਉਹਨਾਂ ਨੂੰ ਕੀ ਦਿੱਤੀ ਸੀ, ਹੂੰ, ਮੈਨੂੰ ਪਤਾ ਕਿ ਸਰਕਾਰਾਂ ਰਿਜ਼ਾਈਨ ਨਹੀਂ ਕਰਨਾ ਚਾਹੁੰਦੇ, ਡਿਸਮਿਸ ਹੋਵੇ ਤੇ ਜ਼ਿਆਦਾ ਹੁੰਦੀ ਹੈ ਸਿੰਪਥੀ। ਓਕੇ, ਓਕੇ। ਤੇ ਮੈਂ ਕਿਹਾ ਜੀ ਆਪਾਂ ਸਰਕਾਰ ਨਹੀਂ ਛੱਡਣੀ, ਹੂੰ, ਆਪਾਂ ਰਾਜੀਵ ਲੌਂਗੋਵਾਲ ਅਕੋਰਡ 26 ਜਨਵਰੀ 1986 ਨੂੰ ਹੂੰ, ਪੰਜਾਬ ਨੂੰ ਦਿੱਤਾ ਜਾਣਾ ਸੀ, ਇਹ ਅੱਜ ਤਾਈਂ ਨਹੀਂ ਦਿੱਤਾ ਗਿਆ। ਉਦੋਂ ਮਾਰਚ ਅਪ੍ਰੈਲ ਦੀ ਗੱਲ ਜੀ। ਹੈ। ਇਸ ਕਰਕੇ ਆਪਾਂ ਡਿਨਾਊਂਸ ਕਰਾਂਗੇ ਕਿ ਭਾਰਤ ਸਰਕਾਰ ਨੇ ਰਾਜੀਵ ਲੌਂਗੋਵਾਲ ਅਕੋਰਡ ਜਿਹੜਾ ਹੈ ਲਾਗੂ ਨਹੀਂ ਕੀਤਾ। ਉਹ ਲਾਗੂ ਨਹੀਂ ਕੀਤਾ, ਤੇ ਇਸ ਕਰਕੇ ਉਹਦੀ ਬਾਕੀ ਜਿਹੜੀਆਂ ਮਦਾਂ ਨੇ ਉਹ ਵੀ ਲਾਗੂ ਨਹੀਂ ਹੁੰਦੀਆਂ। ਤੇ ਇਸ ਕਰਕੇ ਅਸੀਂ ਹੁਣ ਪ੍ਰੋਗਰਾਮ ਹੈ ਕਿ ਆਪਾਂ ਇਹ ਦੇਵਾਂਗੇ ਕਿ ਅਸੀਂ ਹੁਣ SYL ਦੀ ਕਾਰ ਸੇਵਾ ਕਰਾਂਗੇ, ਇਹਨੂੰ ਮਤਲਬ ਭਰਾਂਗੇ, ਰਿਜ਼ਾਈਨ ਨਹੀਂ ਕਰਨਾ। ਆਪਾਂ ਇਹ ਪ੍ਰੋਗਰਾਮ ਦੇਵਾਂਗੇ, ਭਾਵੇਂ ਜਲਦੀ ਢਾਈਏ ਭਾਵੇਂ ਹੌਲੀ ਢਾਈਏ, ਲੇਕਿਨ ਸਲੋਗਨ ਇਹ ਦੇਣਾ ਕਿ ਅਸੀਂ ਇਹਦੀ ਕਾਰ ਸੇਵਾ ਕਰਾਂਗੇ ਤੇ ਇਹਨੂੰ ਭਰਾਂਗੇ। ਪਰ ਤੇ ਬਤੌਰ ਉਸ- IAS ਅਫਸਰ ਇੰਨੀ ਯੂਰਤ ਇੰਨਾ ਵੱਡੀਆਂ ਗੱਲਾਂ ਮੁੱਖ ਮੰਤਰੀ ਨਾਲ ਕਰਨੀਆਂ। ਤੁਹਾਡੇ ਮੁੱਖ ਮੰਤਰੀ ਦੇ ਨਾਲ ਆਈ ਐਮ ਦ ਨੈਕਸਟ ਮੈਨ ਇਨ ਇਰੀਗੇਸ਼ਨ ਐਂਡ ਪਾਵਰ। ਹੀ ਇਜ਼ ਮਾਈ ਮਿਨਿਸਟਰ, ਹੀ ਇਜ਼ ਚੀਫ ਮਿਨਿਸਟਰ ਆਲਸੋ, and therefore I can be plain with him on all matters relating to governance of the state. ਜੀ, ਸਾਡਾ ਜਿਹੜਾ ਜੌਬ ਹੈ ਸਿਰਫ ਐਡਮਿਨਿਸਟ੍ਰੇਸ਼ਨ ਕਲੀ ਨਾਲ ਨਹੀਂ ਹੈ, policy is political level. ਪਾਲਿਸੀ ਕੀ ਹੋਣੀ ਚਾਹੀਦੀ, ਥੱਲੇ ਹੀ ਜਾਂਦੀ। ਸੋ ਇਹ ਚੀਜ਼ਾਂ ਕਰਕੇ ਪੋਲੀਟੀਕਲ ਅਵੇਅਰਨੈਸ ਵਗੈਰਾ ਵੀ ਪੂਰੀ ਰੱਖਣੀ ਪੈਂਦੀ। ਪਰ ਸਾਹਿਬ ਮੈਂ ਥੋੜੀ ਗੱਲ ਇਹ ਵੀ ਜ਼ਰੂਰੀ ਨਾਲ ਕਰਨੀ ਬਣਦੀ ਹੈ। ਅੱਜ ਕੱਲ੍ਹ ਅਸੀਂ ਵੀ ਬਤੌਰ ਜਰਨਲਿਸਟ IAS ਅਫਸਰਾਂ ਕੋਲ ਬਹੁਤ ਜਾਂਦੇ ਹਾਂ, ਨਿਰਾਸ਼ਾ ਹੁੰਦੀ ਹੈ, ਕਿਤੇ ਪੰਜਾਬ ਦਾ ਫਿਕਰ ਹੀ ਨਹੀਂ ਗਾ, ਕਿਤੇ ਪੰਜਾਬ ਦਾ ਤੇ ਹੀ ਨਹੀਂ ਗਾ, ਦਰਦ ਹੀ ਨਹੀਂ ਗਾ। ਬਸ ਰੂਟੀਨ ਦੀਆਂ ਖੁਸ਼ਕ ਮੀਟਿੰਗਾਂ ਕਰਨੀਆਂ, ਡੰਗ ਡਪਾਉਣਾ, ਆਪਣੇ ਬੌਸ ਨੂੰ ਖੁਸ਼ ਕਰਨਾ, ਉੱਥੋਂ ਤੱਕ ਸੀਮਤ ਹੈ ਵੀ ਮਲਾਈਦਾਰ ਕੁਰਸੀ ਮਿਲ ਜੇ, ਚਾਪਲੂਸੀ ਕਰੋ। ਇਹ ਵੀ ਇੱਕ ਕਾਰਨ ਹੀ ਪੰਜਾਬ ਜਿਹੜਾ ਬਹੁਤ ਪਛੜ ਰਿਹਾ। ਦੇਖੋ, ਫੋਟੋਆਂ ਕਿਹਦੀਆਂ ਆਉਂਦੀਆਂ, ਚੀਫ ਮਿਨਿਸਟਰ ਦੀਆਂ, ਵਿੱਚ ਮਿਨਿਸਟਰਾਂ ਦੀਆਂ ਵੀ ਹੁੰਦੀਆਂ, ਹੈ। ਸੋ ਜਿਹੜੀ ਇਹ ਤੋਹਮਤ ਹੈ ਇਹ ਵੀ ਉੱਥੇ ਹੀ ਜਾਊਗੀ। ਜਿਹੜੇ ਸਰਵਿਸਮੈਨ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਅਸੀਂ ਕਿਹੜੀ ਸਟੇਟ ਵਿੱਚ ਜਾਣਾ, ਅਸੀਂ ਕਿਹੜੀ ਸਰਵਿਸ ਵਿੱਚ ਜਾਣਾ। ਉਹ ਤਾਂ ਇੰਟਰਨ ਦਿੰਦੇ, ਪੜ੍ਹ ਲਿਖ ਕੇ ਇੰਟਰਵਿਊ ਦਿੰਦੇ, ਉਸ ਤੋਂ ਬਾਅਦ ਕੋਈ ਚੀਜ਼ ਉਹਨਾਂ ਦੇ ਹੱਥ ਵਿੱਚ ਨਹੀਂ ਹੁੰਦੀ। ਉਹ ਕੋਈ ਕਿਸੇ ਦਾ ਹੁੰਦਾ, ਕੋਈ ਕਿਸੇ ਸਟੇਟ ਦਾ ਹੁੰਦਾ, ਕਿਸੇ ਦਾ ਕੋਈ ਹੋ ਸਕਦਾ, ਕਿਸੇ ਦੀ ਪਾਲਣ ਪੋਸ਼ਣ ਹੋ ਸਕਦੀ, ਕਿਸੇ ਦੀ ਮਾਨਸਿਕ ਸੋਚ ਹੋਰ ਹੋ ਸਕਦੀ ਹੈ। ਲੇਕਿਨ ਜਿਹੜੇ ਪੰਜਾਬ ਦੇ ਦੱਸ ਕੇ ਆਪਣੇ ਆਪ ਨੂੰ ਵੋਟਾਂ ਲੈ ਕੇ ਆਉਂਦੇ ਆ, ਅਖੀਰ ਨੂੰ ਸਿਹਰਾ ਤਾਂ ਉਹਨਾਂ ਦੇ ਸਿਰ ਹੀ ਆ ਨਾ। ਠੀਕ ਹੈ। ਹਾਂ, ਉਹਨਾਂ ਨੂੰ ਪਤਾ ਇਹਨਾਂ ਨੂੰ ਅਸੀਂ ਕਿਵੇਂ ਚਲਾਉਣਾ। ਅਸੀਂ ਜਿਹੜੇ ਆ, ਅਸੀਂ ਪੋਲੀਟੀਕਲ ਡਾਇਰੈਕਸ਼ਨ ਦੇ ਹੇਠਾਂ ਕੰਮ ਕਰਨਾ ਹੁੰਦਾ। ਤੁਸੀਂ ਤਾਂ ਚੱਲੇ ਨਹੀਂ ਉੱਧਰ। ਉਹਦੀ ਅਸੀਂ ਸਹੁੰ ਵੀ ਖਾਂਦੇ ਹਾਂ ਕੌਂਸਟੀਟਿਊਸ਼ਨ ਦੀ, ਉਹ ਵੀ ਚੁੱਕਦੇ ਸਹੁੰ ਜੀ। ਸੋ ਬਰਾਬਰ ਹੈ ਉਸ ਗੱਲ ਦੇ ਵਿੱਚ ਜ਼ਿੰਮੇਵਾਰੀ। ਤਾਂ ਉਸ ਥੱਲੇ ਅਸੀਂ ਕੋਈ ਵੀ ਗੱਲ ਉਹਨਾਂ ਨਾਲ ਕਰ ਸਕਦੇ ਹਾਂ। ਮੁੜ ਕੇ ਆਦਮੀ ਦੀ ਆਪਸ 'ਚ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ ਵਾਸਤੇ ਪੂਰਾ ਖੁੱਲ੍ਹ ਜਾਈਦਾ ਮਿਨਿਸਟਰ ਨਾਲ, ਮਜ਼ਾ ਫੇਰ ਹੀ ਆਉਂਦਾ ਕੰਮ ਕਰ। ਬਿਲਕੁਲ ਠੀਕ। ਹਾਂ, ਸੋ ਇਸ ਕਰਕੇ ਹਰ ਚੀਜ਼ ਦੀ ਗੱਲ ਕਰ ਸਕਦੇ। ਚਲੋ ਆਪਾਂ ਅੱਗੇ ਵਧਦੇ ਹਾਂ। ਹਾਂਜੀ, ਉਸ ਤੋਂ ਬਾਅਦ ਫਿਰ ਜਿਹੜਾ ਡੱਕਾ ਲਾਇਆ SVL ਤੇ, ਉਸ ਤੋਂ ਬਾਅਦ ਕਦੋਂ ਇਰੀਗੇਸ਼ਨ ਸੈਕਟਰੀ ਬਣੇ ਤੇ ਕੀ ਸਾਰਾ ਚੱਲਿਆ ਮਾਮਲਾ? ਉਦੋਂ ਤਾਂ ਮੈਨੂੰ ਇੱਥੇ ਲਾਤਾ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਵਿੱਚ। ਫਿਰ ਮੈਂ ਪਤਾ ਨਹੀਂ, ਮੈਨੂੰ ਫਿਰ ਵੱਡੇ ਖਾਤੇ 'ਚ ਪਾਤਾ ਹੈਲਥ ਐਂਡ ਫੈਮਿਲੀ ਵੈਲਫੇਅਰ ਤੋਂ ਬਾਅਦ ਛੋਟੀ ਛੋਟੀਆਂ ਪੋਸਟਾਂ ਰਿਹਾ। ਤੇ ਇੰਨੇ ਨੂੰ ਗਵਰਨਰੀ ਰਾਜ ਸ਼ੁਰੂ ਹੋ ਗਏ। ਅੱਜ ਦੀ ਜਿਹੜੀ ਹੈ ਸਾਰੀ ਕਸ਼ਮਕਸ਼ ਪੰਜਾਬ ਹਰਿਆਣੇ, ਇਹ ਕਿਉਂ ਨਹੀਂ ਜਾਗਦੇ? ਇਹ ਕਿਉਂ ਆਪਸ ਦੇ ਵਿੱਚ ਜਿਹੜਾ ਨੌ ਹੈ ਉਹਦੇ ਪਿੱਛੇ ਲੜੀ ਜਾਂਦੇ? ਇਹ ਰਾਜਸਥਾਨ ਨੂੰ 8 ਦਰਿਆ ਹੈ ਪੂਰਾ, ਉਹ ਦਰਿਆ ਵਗ ਰਿਹਾ, ਕਿਉਂ ਨਹੀਂ ਉਹਦੇ ਚੋਂ ਮੰਗਦੇ ਹੁਣ?
ਕਿ ਸਾਡੇ ਵੱਲ ਦੇਖੋ, ਸਾਡੇ 600 ਏਕੜ ਵੀ ਆ ਚੰਡੀਗੜ੍ਹ ਦੇ ਨਾਲ 600 ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਆਰਡਰ ਹੈ ਕਿ ਤੁਸੀਂ ਆਪਣੀ ਖੇਤੀ ਵਾਸਤੇ ਟਿਊਬਵੈਲ ਨਹੀਂ ਲਗਾ ਸਕਦੇ। ਵੀ ਤੁਸੀਂ ਪਾਣੀ ਕੱਢ ਸਕਦੇ ਹੋ, ਕਿਸਾਨ ਜੀ ਨੇ ਖੇਤੀ ਕਰਨੀ ਉਹ ਨਹੀਂ ਕੱਢ ਸਕਦਾ, ਜਾਓ ਜੀ ਉੱਥੇ ਆਪਰੇਟਰ ਕੋਲ, ਉਹਦੇ ਮਗਰ ਭੱਜੇ ਫਿਰੋ ਜੀ, ਉਹ ਕਦੋਂ ਆਇਆ ਕਦੋਂ ਨਹੀਂ ਆਇਆ, ਫਿਰ ਪਾਣੀ ਅੱਧਾ ਮਿਲਦਾ ਜਿੰਨਾ ਮਿਲਣਾ ਚਾਹੀਦਾ। ਇਦਾਂ ਹੀ ਚੱਲਦਾ, ਇੰਝ ਹੀ ਚੱਲਦਾ। ਕੋਈ ਅਸੂਲ ਹੈ? ਇੱਕ ਮੈਂ ਹੋਰ ਤੱਥ ਦੱਸਣਾ ਚਾਹੁੰਦਾ ਹਾਂ, ਜਿਵੇਂ ਇਹ ਗੱਲਾਂ 'ਚ ਆ ਗਿਆ, 31 ਦਸੰਬਰ 1981 ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਮਰਹੂਮ ਦੇਸ਼ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਸੰਬੰਧਿਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੁਲਾ ਕੇ ਆ ਪਾਣੀ ਬਾਰੇ ਫੈਸਲਾ ਲਿਆ ਸੀ, ਤੇ ਉਦੋਂ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਦਬਾ ਲਿਆ ਸੀ, ਪ੍ਰੈਸ਼ਰ ਪਾ ਕੇ, ਤੇ ਪੰਜਾਬ ਦੇ ਪ੍ਰਤੀ ਪ੍ਰੈਜੁਡਿਸ ਸਾਰਿਆਂ ਨਾਲੋਂ ਪਹਿਲਾਂ ਤਾਂ ਪੰਡਿਤ ਨਹਿਰੂ ਦਾ ਦਿਖਾਈ ਦਿੰਦਾ ਹੈ, ਕਿਉਂਕਿ ਲਿੰਗੁਇਸਟਿਕ ਪ੍ਰਿੰਸੀਪਲ ਤੇ ਉਹਨਾਂ ਨੇ ਕਮਿਸ਼ਨ ਬਣਾਇਆ ਸੀ ਕਿ ਲਿੰਗੁਇਸਟਿਕ ਬੇਸਿਸ ਤੇ ਸਰਕਾਰ ਸੂਬੇ ਬਣਨਗੇ, ਰੀਆਰਗੇਨਾਈਜ਼ ਕਰਨੇ ਸੀ। ਪਹਿਲਾਂ ਤਾਂ ਅੰਗਰੇਜ਼ਾਂ ਨੇ ਆਪਣੀ ਐਡਮਿਨਿਸਟ੍ਰੇਸ਼ਨ ਕਨਵੀਨੀਅੰਸ ਮੁਤਾਬਕ ਬਣਾਏ ਹੋਏ ਸੀ, ਉਹਨਾਂ ਨੇ ਲਿੰਗੁਇਸਟਿਕ ਪ੍ਰਿੰਸੀਪਲ ਚੁਣਿਆ। 16 ਲੈਂਗੁਏਜਸ ਚੋਂ ਇੱਕ ਲੈਂਗੁਏਜ ਪੰਜਾਬੀ ਵੀ ਹੈ, ਹਿੰਦੀ ਨਾਲੋਂ 700 ਸਾਲ ਪੁਰਾਣੀ ਹੈ ਜੀ, ਇਹ 2000 ਸਾਲ ਪੁਰਾਣੀ ਹੈ, ਹਿੰਦੀ 1300 ਸਾਲ ਪੁਰਾਣੀ ਹੈ। ਇਹ ਮੰਨਿਆ ਗਿਆ ਕਿ ਹਾਂ ਇਹ ਵੀ ਹੋਏਗਾ, ਪੰਜਾਬੀ ਵੀ ਦਿੱਤਾ ਜਾਏਗਾ, ਕਿਉਂ ਨਹੀਂ ਦਿੱਤਾ? ਜਦੋਂ ਦੇ 56 ਵਿੱਚ ਮੇਰਾ ਖਿਆਲ ਬਣਿਆ ਰੀਆਰਗੇਨਾਈਜੇਸ਼ਨ ਕਮਿਸ਼ਨ, 64 ਤੱਕ ਪ੍ਰਾਈਮ ਮਿਨਿਸਟਰ ਰਹੇ, ਔਰ ਇੱਥੇ ਹੱਲਾਸ਼ੇਰੀ ਸਤਾ ਪ੍ਰਤਾਪ ਸਿੰਘ ਨੂੰ ਦਿੰਦੇ ਰਹੇ, ਤੂੰ ਮੇਰਾ ਖੜਕਾਈ ਚੱਲ, ਜਦੋਂ ਜਦ ਚੱਲਦੀ ਰਹੀ। ਪੰਜਾਬ ਦੇ ਜਿਹੜਾ ਤੁਸੀਂ ਉਹਨਾਂ ਦਿਨਾਂ 'ਚ ਯੂਥ ਪੈਦਾ ਹੋਇਆ ਹੋਵੇਗਾ, ਉਹ ਤਾਂ ਦੋਨਾਂ ਪਾਸੇ, ਕਿਉਂਕਿ ਸ਼ਹਿਰੀ ਕਮਿਊਨਿਟੀ ਨੇ ਨਾ ਖੜੇ ਹੋਏ ਪੰਜਾਬੀ ਨਾ ਪਾਣੀਆਂ ਵਾਸਤੇ ਖੜੇ ਹੋਏ ਬਾਅਦ ਦੇ ਵਿੱਚ। ਸ਼ੁਰੂ ਤੋਂ ਇਹ ਸਾਡੇ ਦਿਮਾਗ ਜੇ ਇਹ ਉਹਨਾਂ ਦੇ ਪ੍ਰੈਜੁਡਿਸ। ਲੇਕਿਨ ਇੰਦਰਾ ਗਾਂਧੀ ਉਹ ਤਾਂ ਜਾਨੀ ਦੁਸ਼ਮਣ ਸੀ ਪੰਜਾਬ ਦੀ, ਜੋ ਪੰਜਾਬ ਦੀ ਪੰਜਾਬੀ ਸੂਬਾ ਦੇਣ ਲੱਗਿਆ ਉਹਨਾਂ ਨੇ ਏਰੀਆ ਗੁਲਜ਼ਾਰੀ ਲਾਲ ਨੰਦਾ ਤੇ ਹੋਰ ਹੋਮ ਮਿਨਿਸਟਰ ਬਣਾਏ ਹੋਏ ਸੀ, ਉਹਨਾਂ ਦੇ ਥੱਲੇ ਹੋਈ ਹੈ। ਉਹ ਅੱਜ ਤਾਈਂ ਇੱਕੋ ਹੀ ਸਟੇਟ ਹੈ ਸਾਡੀ ਰੀਆਰਗੇਨਾਈਜੇਸ਼ਨ ਵਿੱਚ ਜਿਹਨੂੰ ਪੰਜਾਬ ਦਾ ਕੈਪੀਟਲ ਜਿਹੜਾ ਪੰਜਾਬ ਦੇ ਨਾਲ ਲੱਗਦਾ ਹੈ ਉਹ ਨਹੀਂ ਦਿੱਤਾ, ਔਰ ਬਣਾਇਆ ਵੀ ਸਿਰਫ 28 ਪਿੰਡ ਪੰਜਾਬੀ ਉਜਾੜ ਕੇ ਪੰਜਾਬ ਲਈ। ਸਿਰਫ ਅਸਾਮ ਦੇ ਵਿੱਚ ਸ਼ਿਲੋਂਗ ਸਟੇਟ ਨਹੀਂ ਬਣ, ਕੈਪੀਟਲ ਨਹੀਂ ਬਣ ਸਕਿਆ ਬਿਕੋਜ਼ ਉਹਦਾ 100 ਮੀਲ ਸ਼ਾਇਦ ਦੂਰ ਸੀਗਾ ਨਵੇਂ ਅਸਾਮ। ਲੇਕਿਨ ਇਹ ਤਾਂ ਨਾਲ ਸੀ ਸਾਡੀ ਬਾਉਂਡਰੀ, ਸਾਡੀਆਂ ਪੰਜਾਬ ਦੇ ਪਿੰਡਾਂ 'ਚੋਂ ਬਣਿਆ ਚੰਡੀਗੜ੍ਹ। ਇਹ ਨਾ ਦੇਣਾ, ਉਹ ਇਲਾਕੇ ਛੋਟੀਆਂ ਛੋਟੀਆਂ ਪਾਕਟਸ। 1 ਨਵੰਬਰ 1966 ਨੂੰ ਇੱਥੋਂ ਦੀ ਸਰਕਾਰੀ ਭਾਸ਼ਾ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਕਰ ਦੇਣੀ, ਸਭ ਧੱਕੇ ਹੀ ਹੈ। ਇਹ ਸਾਰੇ ਧੱਕੇ ਇੱਦਾਂ ਦੇ ਹੁਣ ਆਪਾਂ ਕੋਈ ਅਸੂਲ ਨਹੀਂ ਹੈ ਸਾਡੇ ਆਪਾਂ ਪਰ ਅੱਗੇ ਵਧੀਏ। ਉੱਥੇ ਆਓ ਤੁਸੀਂ ਵੀ ਫਿਰ ਐਂਡ ਤੇ ਤੁਸੀਂ ਇਰੀਗੇਸ਼ਨ ਸੈਕਟਰੀ ਰਹੇ, ਉਹ ਕੀ ਜਿੰਨਾ ਮਰਜ਼ੀ ਦੂਰ ਜਾ ਲਓ, ਅਸੂਲ ਤੁਹਾਨੂੰ ਕਿਤੇ ਨਹੀਂ ਮਿਲੂਗਾ, ਬਾਕੀ ਆਪਾਂ ਗੱਲਾਂ ਕਰਦੇ ਰਵਾਂਗੇ। ਠੀਕ ਹੈ, ਫਿਰ ਮਜ਼ਾ ਆ ਰਿਹਾ ਜੀ। ਅੱਛਾ, ਹੁਣ ਦੱਸੋ ਤੁਸੀਂ ਵੀ SVL ਦਾ ਇੱਕ ਹੋਰ ਇਨਸੀਡੈਂਟ ਜਿਹਨੂੰ ਤੁਸੀਂ ਬੜੀ ਤਗੜੇ ਤੌਰ ਤੇ ਹੈਂਡਲ ਕੀਤਾ ਸੀ, ਕਦੋਂ ਰਹੇ ਸੈਕਟਰੀ ਇਰੀਗੇਸ਼ਨ? ਉਹ ਦੂਸਰੀ ਵਾਰੀ ਇੱਕ ਬਹੁਤ ਹੀ ਵਧੀਆ ਆਦਮੀ ਕੈਬਨਿਟ ਸੈਕਟਰੀ ਰਹੇ ਸੀ, ICS ਦੇ ਲਾਸਟ ਅਫਸਰ ਸੀਗੇ, ਮਿਸਟਰ NK ਮੁਖਰਜੀ, ਨਿਰਮਲ ਮੁਖਰਜੀ। ਅੱਛਾ ਜੀ, ਉਹ ਇੱਥੇ ਗਵਰਨਰ ਬਣ ਕੇ ਆਏ ਰਹੇ ਜੀ। ਸਵੇਰਿੰਗ ਵਗੈਰਾ ਤੋਂ ਬਾਅਦ ਜਿਹੜਾ ਹੁੰਦਾ ਹੈ, ਚੀਫ ਸੈਕਟਰੀ ਸਾਹਿਬ ਉਹਨਾਂ ਕੋਲ ਮਿਲਣ ਗਏ, ਸਾਰਾ ਕੁਝ ਦੱਸਣ ਦੇ ਬਾਰੇ, ਸਟੇਟ ਦੇ ਬਾਰੇ ਹੋਰ ਹੈ। ਤੇ ਉਹ ਮੁੜ ਕੇ ਮੀਟਿੰਗ ਤੋਂ ਆ ਕੇ ਉਹਨਾਂ ਨੇ ਸਾਰਿਆਂ ਨੂੰ ਪਹਿਲਾਂ ਮੈਨੂੰ ਬੁਲਾਇਆ, ਤੇ SL ਕਪੂਰ ਸੀਗੇ ਚੀਫ ਸੈਕਟਰੀ। ਉਹ ਕਹਿੰਦੇ ਸਵਰਨਾ ਬੈਠ, ਕਹਿੰਦਾ ਅਸੀਂ ਕਿਹੜੀ ਪੋਸਟ ਲੈਣੀ ਹੈ? ਤੁਹਾਨੂੰ ਪਹਿਲਾਂ ਜਾਣਦੇ ਸੀ? ਨਾ, ਅਸੀਂ ਇਕੱਠੇ ਇੱਕੋ ਕਾਰਡ ਦੇ ਸੀ। SL ਕਪੂਰ, SL NK ਮੁਖਰਜੀ ਸਾਹਿਬ ਤਾਂ ਮੈਂ ਨਹੀਂ ਸੀ ਜਾਣਦਾ। ਨਾ ਮੁਖਰਜੀ ਸਾਹਿਬ ਤਾਂ ਮੈਂ ਨਹੀਂ ਸੀ ਜਾਣਦਾ। ਉਹ ਮੈਂ ਫਿਰੋਜ਼ਪੁਰ DC ਰਿਹਾ 4 ਸਾਲ, 4 ਸਾਲ। ਉੱਥੇ ਉਹ DC ਰਹੇ ਮੇਰੇ ਤੋਂ ਕੁਛ ਦੇਰ ਪਹਿਲਾਂ, ਮੇਰੇ ਖਿਆਲ ਹੋਣਾ ਕੋਈ 14-15 ਸਾਲ ਪਹਿਲਾਂ। ਤੇ ਲੇਕਿਨ ਸਾਡੀ ਵਾਕਫੀਅਤ ਕੋਈ ਨਹੀਂ ਸੀ, ਉਹ ਭਾਰਤ ਸਰਕਾਰ ਵਿੱਚ ਜਾ ਚੁੱਕੇ ਸੀ ਉਦੋਂ। ਤੇ ਉਹ ਕਹਿੰਦੇ ਕਪੂਰ ਸਾਹਿਬ ਕਹਿੰਦੇ ਚੀਫ ਸੈਕਟਰੀ ਸਾਹਿਬ ਕਿ ਸਵਰਨ, ਗਵਰਨਰ ਸਾਹਿਬ ਨੇ ਕਿਹਾ ਕਿ ਸਵਰਨ ਨੂੰ ਪੁੱਛੋ
ਉਹਨੇ ਕਿਹੜਾ ਡਿਪਾਰਟਮੈਂਟ ਲੈਣਾ ਤੇ ਉਹਦੀ ਪੋਸਟਿੰਗ ਉੱਥੇ ਮੈਂ ਕਰੋ। ਤਾਂ ਹੀ ਪੁੱਛ ਰਿਹਾ ਕਿਉਂ ਕਿਹਾ ਉਹਨਾਂ ਨੇ, ਤੁਹਾਨੂੰ ਜਾਣਦੇ ਸੀ ਪਹਿਲੋਂ? ਨਹੀਂ ਫਿਰ ਤੁਹਾਡਾ ਨਾਂ ਕਿਉਂ ਲਿਆ ਉਹਨਾਂ? ਪਤਾ ਨਹੀਂ, ਹੁਣ ਸੁਣਿਆ ਹੋਊ ਉਹਨਾਂ ਨੇ, ਉਹ ਇੱਥੋਂ ਦੇ Okay. ਪੰਜਾਬ ਦੀ ਬੈਕਗ੍ਰਾਉਂਡ ਸੀ ਉਹਨਾਂ ਦੀ, ਓਕੇ ਓਕੇ। ਪੰਜਾਬ ਕਾਡਰ ਦੇ ਸੀਗੇ ICS ਦੇ ਵਿੱਚ, ਤੇ ਕੈਬਨਿਟ ਸੈਕਟਰੀ ਰਹੇ ਜਾਣਦੇ ਸੀਗੇ, ਹੋ? ਸਾਰਾ ਕੁਝ ਉੱਥੇ ਇੰਟਰਸਟ ਪੰਜਾਬ ਦੇ ਬਾਰੇ ਉਹਨਾਂ ਬੰਦਿਆਂ ਨੂੰ ਸਾਰਾ ਪੰਜਾਬ ਦਾ ਪਤਾ ਸੀ। ਅੱਛਾ। ਉਹ ਖੁੱਲ੍ਹਦਿਲੇ ਬੰਦੇ ਸੀ, ਉਹ ਅੰਗਰੇਜ਼ ਦੇ ਚੰਡੇ ਹੋਏ ਸੀ, ਉਹਨਾਂ ਦੇ ਦਿਲੋਂ ਦਿਮਾਗ ਸੌੜੇ ਨਹੀਂ ਸੀ। ਓਕੇ। ਸੋ ਉਹਨਾਂ ਨੇ ਕਿਹਾ ਸਵਰਨ ਨੂੰ ਬੁਲਾ ਕੇ ਉਹਨੂੰ ਜਿਹੜਾ ਹੈ ਉਹ ਦਿਓ। ਮੈਂ ਕਿਹਾ ਜੀ ਆਮ ਸੌਰੀ, ਮੈਂ ਕਦੇ ਕੋਈ ਪੋਸਟ ਨਹੀਂ ਮੰਗੀ, ਨਾ ਮੈਂ ਹੁਣ ਮੰਗਣੀ ਹੈ, ਤੇ ਤੁਸੀਂ ਮੈਨੂੰ ਜਿੱਥੇ ਮਰਜ਼ੀ ਲਾ ਦਿਓ। ਉਹਨਾਂ ਨੇ ਮੈਨੂੰ 3 ਵਾਰੀ ਕਿਹਾ, ਦੇਖ ਮੈਨੂੰ ਉਹਨਾਂ ਨੇ ਕਿਹਾ ਹੈ ਤੇ ਤੂੰ ਮੈਨੂੰ ਦੱਸ। ਮੈਂ 3 ਵਾਰੀ ਉਹਨਾਂ ਨੇ ਮੈਨੂੰ ਕਿਹਾ, 3 ਵਾਰੀ ਮੈਂ ਉਹਨਾਂ ਨਾਲ ਕੀਤੇ। ਮੈਂ ਕਿਹਾ ਆਮ ਸੌਰੀ, ਆਈ ਨੈਵਰ ਚੋਜ਼ਨ ਅ ਪੋਸਟ, ਯੂ ਪੋਸਟ ਮੀ ਵੇਅਰ ਐਵਰ ਯੂ ਵਾਂਟ। ਮੈਂ ਘਰ ਜਾ ਕੇ ਸਾਰੀ ਗੱਲ ਆਪਣੀ ਮਿਸਿਸ ਨੂੰ ਦੱਸੀ। ਉਹ ਕਹਿੰਦੇ ਓਏ ਕਮਲਿਆ, ਤੂੰ ਸੈਕਟਰੀ ਇੰਡਸਟਰੀਜ਼ ਲੱਗਾ ਸੀ, ਬੜਾ ਪੋਜ਼ਿਟਿਵ ਕੰਮ ਤੂੰ ਕਰ ਰਿਹਾ ਸੀ, ਥੋੜੇ ਦਿਨ ਹੀ ਹੋਏ ਸੀਗੇ ਫਿਰ ਬਲੂ ਸਟਾਰ ਹੋ ਗਿਆ, ਤੁਸੀਂ ਉਹ ਅਰਜ਼ੀ ਦੇਤੀ, ਛੁੱਟੀ ਮੰਗ ਲਈ, ਉਹਦੇ ਕਰਕੇ ਤੈਨੂੰ ਉੱਥੋਂ ਇੰਡਸਟਰੀ ਡਿਪਾਰਟਮੈਂਟ ਤੇਰਾ ਲੈ ਲਿਆ, ਤੇ ਤੂੰ ਉਹ ਕੰਮ ਲੈਣਾ ਸੀ, ਪੋਜ਼ਿਟਿਵ ਕੰਮ ਹੈ, ਉਹਦੇ 'ਚ ਕੋਈ ਪੋਲੀਟਿਕਸ ਇਨਵੋਲਵਡ ਨਹੀਂ ਹੈਗੀ, ਤੇ ਸਾਰਿਆਂ ਨੇ ਤੇਰੇ ਨਾਲ ਖੁਸ਼ ਰਹਿਣਾ ਸੀ। ਹੁਣ ਤੈਨੂੰ ਫਿਰ ਇਰੀਗੇਸ਼ਨ ਪਾਵਰ ਚਲਾ ਦੇ। ਉਹ ਸੱਚੀ ਅਗਲੇ ਦਿਨ ਮੇਰੇ ਆਰਡਰ ਇਰੀਗੇਸ਼ਨ ਪਾਵਰ ਲਿਆ। ਕਮਾਲ ਹੈ। ਕਮਾਲ ਹੈ ਉਹਨਾਂ ਦੀ ਸੂਝ-ਬੂਝ। ਸੋ ਉੱਥੇ ਚਲੇ ਗਏ। ਇਹ ਸਰ ਕਿਹੜੇ ਸਾਲ ਦੀ ਗੱਲ? ਇਹ 1990 ਦੀ। 90 ਦੀ। ਤੇ ਉੱਥੇ ਮੈਂ ਕੋਈ ਕੰਮ ਸੀ, ਮੇਰੀ ਮੀਟਿੰਗ ਜੀ ਸੀ, ਉਹਦੇ ਵਾਸਤੇ ਮੈਂ ਤਿਆਰੀ ਕਰ ਰਿਹਾ ਸੀ। ਮੈਨੂੰ ਫੋਨ ਆਇਆ ਮਿਸਟਰ ਸੀਕਰੀ, ਉਹ ਉਦੋਂ ਸਾਡੇ ਚੀਫ ਇੰਜੀਨੀਅਰ ਸੀਗੇ SYL ਦੇ। ਕਹਿੰਦੇ ਸਰ ਇੱਕ ਅਰਜੈਂਟ ਕੰਮ ਹੈ ਤੇ ਮਿਲਣਾ। ਮੈਂ ਕਿਹਾ ਮੈਂ ਚੀਫ ਇੰਜੀਨੀਅਰ ਸਾਹਿਬ ਕਹਿੰਦੇ ਤੁਹਾਨੂੰ? ਹਾਂਜੀ, ਸੀਕਰੀ ਸਾਹਿਬ ਕਹਿੰਦੇ। ਓਕੇ। ਮੈਂ ਕਿਹਾ ਇਸ ਤਰ੍ਹਾਂ ਕਰੋ, ਤੁਸੀਂ ਆ ਮੇਰੀ ਇੱਕ ਮੀਟਿੰਗ ਜੀ ਹੈ, ਤੇ ਉਸ ਤੋਂ ਬਾਅਦ ਆਪਾਂ ਮਿਲਦੇ ਹਾਂ। ਕਹਿੰਦੇ ਸਰ ਜ਼ਿਆਦਾ ਜ਼ਰੂਰੀ ਹੈ। ਮੈਂ ਕਿਹਾ ਤੁਸੀਂ ਹੁਣੇ ਆ ਜਾਓ। ਅੱਛਾ ਜੀ। ਹਾਂ, ਉਹ ਆ ਗਏ ਮੇਰੇ ਕੋਲ। ਆਉਂਦੇ ਮੈਂ ਫਿਰ ਸਾਰਾ ਕੰਮ ਛੱਡ ਕੇ, ਹਾਂ ਸੈਕਟਰੀ, ਤੇ ਉਹ ਕਹਿੰਦੇ ਮੈਨੂੰ ਧਮਕੀ ਆਈ ਕਿ ਤੁਸੀਂ SYL ਛੱਡ ਦਿਓ। ਅੱਛਾ, ਉਸਾਰੀ ਨਹੀਂ ਕਰਨੀ? ਹਾਂ, ਨਹੀਂ ਤਾਂ ਜਿਵੇਂ ਉਹ ਵਰਡ ਉਹਨਾਂ ਦੀ ਹੁੰਦੀ ਸੀ, ਉਹ ਐਕਸ਼ਨ ਕਰਾਂਗੇ ਅਸੀਂ। ਮੈਂ ਸੋਚ ਕੇ ਮੈਂ ਕਿਹਾ ਸੀਕਰੀ ਸਾਹਿਬ, ਲੈਟ ਮੀ ਸੇ ਕਿ SYL ਇੱਕ ਪੋਲੀਟੀਕਲ ਮੁੱਦਾ ਬਣ ਚੁੱਕਾ ਹੈ, ਔਰ ਇਹੋ ਜਿਹੀ ਫੀਲਿੰਗ ਜਿਹੜੀ ਹੈ ਕੁਝ ਲੋਕਾਂ ਦੇ ਵਿੱਚ ਹੈ ਕਿ ਬੇਇਨਸਾਫੀ ਹੋ ਰਹੀ ਹੈ ਜਾਂ ਹੋਰ ਚੀਜ਼ਾਂ ਨੇ, ਔਰ ਉਹ ਕੁਝ ਵੀ ਕਰਨ ਨੂੰ ਤਿਆਰ ਨੇ। ਮੇਰੀ ਐਡਵਾਈਸ ਇਹ ਹੋਏਗੀ ਤੁਹਾਨੂੰ ਕਿ ਤੁਸੀਂ ਇਹਨੂੰ ਸੀਰੀਅਸਲੀ ਲਓ। ਅੱਛਾ, ਤੁਸੀਂ ਹੁਣ ਜਾ ਕੇ ਤੇ ਗੁੰਮਸ਼ੁਦਾ ਹੋ ਜਾਓ, ਮੈਨੂੰ ਦੇ ਦਿਓ ਛੁੱਟੀ, ਮੈਂ ਤੁਹਾਨੂੰ ਹੁਣੇ ਛੁੱਟੀ ਦੇ ਦੇਣਾ। ਅੰਡਰਗਰਾਊਂਡ ਹੋ ਜਾਓ। ਹਾਂ, ਤੁਸੀਂ ਅੰਡਰਗਰਾਊਂਡ ਹੋ। ਨਹੀਂ ਸਰ, ਇਸ ਤਰ੍ਹਾਂ ਤਾਂ ਮੈਂ ਕਿਵੇਂ ਕਰ ਸਕਦਾ ਹਾਂ, ਮੈਂ ਆਈ ਕਾਂਟ ਡੂ ਦੈਟ। ਮੈਂ ਤਾਂ ਹੁਣ ਇੱਕ ਚੀਫ ਇੰਜੀਨੀਅਰ ਹਾਂ, ਮੈਂ ਆਪਣੀ ਪੋਸਟ ਛੱਡ ਕੇ ਕਿਵੇਂ? ਮੈਂ ਕਿਹਾ ਦੇਖੋ ਤੁਹਾਡੀ ਇਹ ਗੱਲ ਠੀਕ ਹੈ, ਲੇਕਿਨ ਇਹਦੇ ਵਿੱਚ ਰਿਸਕ ਜਿਹੜਾ ਬਹੁਤ ਜ਼ਿਆਦਾ ਹੈ, ਤੁਸੀਂ ਮਿਹਰਬਾਨੀ ਕਰਕੇ ਇੱਧਰ ਉੱਧਰ ਹੋ ਜਾਓ। ਉਹਨਾਂ ਨੇ ਅਖੀਰ ਨੂੰ ਫੈਸਲਾ ਇਹ ਕੀਤਾ ਕਿ ਨਹੀਂ, ਮੈਂ ਨਹੀਂ। ਅੱਛਾ, ਕਿਉਂਕਿ ਮੈਨੂੰ ਹੁਣ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਸੋਚ ਆਈ। ਠੀਕ ਹੈ, ਆਈ ਡੂ ਨਾਟ ਵਾਂਟ ਟੂ ਗੋ ਇਨਟੂ ਦੈਟ। ਉਹ ਕਹਿੰਦੇ ਨਹੀਂ, ਮੈਂ ਨਹੀਂ। ਮੈਂ ਕਿਹਾ ਠੀਕ ਹੈ, ਤੁਹਾਡੀ ਮਰਜ਼ੀ। ਮੈਂ ਉਹਨਾਂ ਤੋਂ ਉਸੇ ਵੇਲੇ ਚਿੱਠੀ ਮੈਂ ਕਿਹਾ ਮੈਂ ਲਿਖ ਕੇ ਭੇਜ ਦਿਓ। ਉਹਨਾਂ ਨੇ ਜਾ ਕੇ ਭੇਜੀ ਤੇ ਉਸੇ ਵੇਲੇ ਲਿਖ ਕੇ ਮੈਂ ਹੋਮ ਸੈਕਟਰੀ ਨੂੰ ਵੀ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ। ਹੋਮ ਡਿਪਾਰਟਮੈਂਟ ਅਜੇ ਇਹ ਚੀਜ਼ਾਂ ਕਰ ਹੀ ਰਿਹਾ ਸੀ ਕਿ ਵਾਰਦਾਤ ਹੋ ਗਈ। ਤੁਹਾਨੂੰ ਮਿਲਣ ਤੋਂ ਕਿੰਨੇ ਦਿਨਾਂ ਬਾਅਦ? ਮੈਨੂੰ ਹੁਣ ਇੰਨਾ ਯਾਦ ਨਹੀਂ, ਕੁਛ ਦਿਨਾਂ ਦੇ ਵਿੱਚ 26 ਸੈਕਟਰ ਸੀ ਆਫਿਸ ਉਦੋਂ ਨਾ, ਉੱਥੇ ਇੰਸੀਡੈਂਟ ਹੋਇਆ ਸੀ SYL ਦਾ ਚੀਫ ਇੰਜੀਨੀਅਰ। ਅੱਛਾ, ਮੈਨੂੰ ਆਫਿਸ ਦਾ ਹੁਣ ਯਾਦ ਨਹੀਂ ਕਿੱਥੇ ਸੀਗਾ, ਲੇਕਿਨ ਉੱਥੇ ਉਹ ਨਾਲ ਉਹਨਾਂ ਦੇ ਸਰਦਾਰ ਸਿੰਘ ਸੀਗੇ SC ਸਾਡੇ, ਉਹ ਮੀਟਿੰਗ ਵਾਸਤੇ ਉਹਨਾਂ ਕੋਲ ਗਏ ਹੋਏ ਸੀ। ਅੱਛਾ ਜੀ। ਉਹ ਦੋਨੋਂ ਉਹਨਾਂ ਨੇ ਮਾਰ ਦਿੱਤੇ। ਓਕੇ।
ਤੇ ਬਾਕੀ ਸਾਰਾ ਕੁਝ ਸਾਹਮਣਾ ਸੁਮਣਾ ਪਿਆ, ਬੁਰੇ ਹਾਲ ਬਾਕੀ ਦਿਹਾੜੇ ਵਿਚਾਰੀਆਂ ਫੈਮਲੀਜ਼ ਉਹਨਾਂ ਦੇ। ਉਹ ਇੱਕ ਹੋਰ ਦੈਟਸ ਬਿਊਟੀਫੁਲ ਕੰਟਰਾਸਟ ਕਿ ਇੱਕ ਪੇਂਡੂ ਜੱਟ ਦੇ ਘਰੋਂ ਆਏ ਹੋਏ ਮੁੰਡੇ ਦੇ ਅਫਸੋਸ ਕਿਵੇਂ ਸੀ ਤੇ ਉਧਰ ਕਿਵੇਂ ਸੀ, ਲੇਕਿਨ ਇਹ ਅੱਜ ਵਾਸਤੇ ਠੀਕ ਸਬਜੈਕਟ ਨਹੀਂ ਹੋਏਗਾ, ਕਿਤੇ ਬੈਠਾਂਗੇ ਤੇ ਗੱਲ ਕਰਾਂਗੇ। ਜੀ ਮੈਂ ਬਹੁਤ ਇੰਪ੍ਰੈਸ ਹੋਇਆ। ਅੱਛਾ। ਹਾਂ, ਉਹਨਾਂ ਦੇ ਸਰਦਾਰ ਸਿੰਘ ਦੇ ਭਰਾ ਚਾਦਰਾਂ ਬੰਨੀਆਂ ਹੋਈਆਂ ਸੀ ਉਹਨਾਂ ਨੇ, ਆਮ ਪਰਿਵਾਰ ਚ ਉੱਠ ਕੇ ਆਏ ਸੀ। ਹਾਂ, ਲੇਕਿਨ ਮੌਤ ਦੇ ਪ੍ਰਤੀ ਜੇ ਹੋ ਗਈ ਆ ਤੇ ਕਿਵੇਂ, ਜਿਵੇਂ ਕਿ ਆਪਣੇ ਗੁਰੂ ਸਾਹਿਬਾਨ ਨੇ ਬੋਲਿਆ ਹੋਇਆ, ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਇਆ, ਉਸ ਤਰ੍ਹਾਂ ਉਹਨਾਂ ਨੇ with great dignity, both his widow and his daughter. They came and met me, they sat with me ताकि मैं उन्हें अफसोस कर सका। मैं उन्हें उधर लेडी सेक्शन च ना जाना, पहला वाइफ आई फिर बेटी आई, फिर लंबी गल है फिर किते करा। अच्छा जी। ते खैर उदों पोलिटिकल माहौल मैं तुहानूं दसदा, उस वेले चंद्र शेखर जी प्राइम मिनिस्टर सीगे ते चौधरी देवी लाल जी हरियाणे दे बड़े लीडर, उदों डिप्टी प्राइम मिनिस्टर सीगे। श्री ओम प्रकाश चौटाला उन्हां दे फरजंद देवी लाल जी दे बाद चीफ मिनिस्टर भी रहे आ। वो बड़े एक्टिव हुंदे सी चंद्र शेखर जी दे दफ्तर दे विच। गवर्नर पंजाब स्टेट दे विच उन्हां दा ही लगाए हुए सी यूपी तो वरिंदर वर्मा जी, वैसटर्न यूपी तो सीगे। सो उस माहौल दे विच जदों थोड़े बहुत हालात ठंडे होए तो ये प्रेशर शुरू हो गया कि एसवाइल शुरू की जाए। अच्छा जी। उन्हां हालातां च उदों फिर बहुत प्रेशर होना तुहाडे, उदों बहुत प्रेशर। सैकटरी इरीगेशन दिमाग ते इदां सी जिवें काला ਬੱਦਲ छाया ਹੁੰਦਾ ਤੇ ਉਦੋਂ ਹਮੇਸ਼ਾ ਸਰ 24 ਉਦੋਂ ਘੰਟੇ। ਹਾਲ ਹੀ ਨਾਲ ਤੁਸੀਂ ਇਹ ਵੀ ਨਹੀਂ ਵੀ ਮੰਤਰੀ ਹੈ ਤੁਸੀਂ ਉਹਦੀ ਅਪਰੂਵਲ ਲੈਣੀ ਸੀ, ਸਿੱਧੇ ਤੁਹਾਨੂੰ ਆਰਡਰ ਆਉਣਾ ਸੀ, ਤੁਸੀਂ ਕਰਨਾ। एब्सोल्युटली गवर्नर से ऑर्डर आए। अच्छा जी। ऑर्डर आए, पूरे आए, सुनाने गल पूरी। अच्छा जे है टाइम तो गवर्नर साहब भी उन्होंने लगाए हुए तो ये शुरू हो गया कि एसवाई शुरू की जाए। उदों मिनिस्ट्री ऑफ वाटर रिसोर्सिस दे गवर्नमेंट ऑफ इंडिया में सैकटरी, मैनू हुण उन्हां दा नाम भुल गया, महाराष्ट्र तो सीगे, ओके, बहुत ही काबिल इंजीनियर। उन्होंने किंग ऑफ नॉर्वे ने ऑनर भी किया होया, बुला के कर लिया। मतलब इस काबिलियत दे बंदे सीगे। उन्होंने मैं फोन किया, मैं कहा जी इस तरह, कहते भी हाँ हुणे शुरू करना ते सारी जो है सिक्योरिटी वगैरह दे के और करना। वो मैनू कहते कैनाल्स आर नॉट डग अंडर द शैडो ऑफ बेनेट्स। संगीन दी छां हेठा नहरां नहीं बनाईयां जांदियां, पॉसिबल भी नहीं। एवें हवाई लेकिन इत्थे मैं बेसूले दी गल करदा, हिंदुस्तान कितना बेसूला, साडा एडमिनिस्ट्रेशन पोलिटिकल गवर्नेंस कितनी कमजोर है। वो बंदे मैनू ये एडवाइस दे रहे हैं। क्या बात है। ते इथों मेरे ते पूरा जोर है कि SYL शुरू करो, बनानी शुरू करो। बड़ी स्पीड नाल बन रही सी, मेरे ख्याल कुछ महीने रहिंदे सी, 9 महीने जिहदे च पूरी हो जानी सी। हाँ जी, हाँ जी, 90 ਜਾਂ 90 एडवाइजरां नाल मीटिंगां शुरू हो गईयां, होर होईयां। मैं तां अपना व्यू दस्सिया, मैं कहा जी बिल्कुल ठीक नहीं हैगा, इस तरह किवें इंजीनियर साडे डरदे आ, 2 मर गए, कोई माड़ा मोटा नहीं। एट द टॉप ऑफ योर देयर सर्विस। बिल्कुल बिल्कुल। उन्हां दे परिवार, उन्हां दे बच्चे की बनया उन्हां दा। ਉਹ ਤਾਂ ਸਰ ਦਫ਼ਤਰ ਆ ਕੇ ਮਾਰ ਗਏ, ਜਿਹਨੇ ਫੀਲਡ 'ਚ ਕੰਮ ਕਰਨਾ ਇੰਜੀਨੀਅਰਾਂ ਨੇ ਕਿਵੇਂ ਪ੍ਰੋਟੈਕਟ ਕਰੋਗੇ। ਤੇ ਖੈਰ ਨਹੀਂ ਜੀ, ਇਹੋ ਹੀ ਸੀ ਕਿ ਬਣਾਉਣੀ ਸ਼ੁਰੂ ਕਰਨੀ। ਓਕੇ, ਹਾਂ, ਭਾਰਤ ਸਰਕਾਰ 'ਚ ਵੀ ਤੁਹਾਨੂੰ ਦੱਸਿਆ ਕੌਣ ਕੌਣ ਉੱਥੇ ਬੈਠੇ ਸੀਗੇ, ਤੇ ਇੱਥੇ ਵੀ ਉਹਨਾਂ ਦੇ ਲਗਾਏ ਹੋਏ ਸੀਗੇ। ਤੇ ਫਿਰ ਮੀਟਿੰਗਾਂ ਸ਼ੁਰੂ ਕਰਤੀਆਂ। ਮੈਂ ਤਾਂ ਆਪਣੇ ਐਡਵਾਈਜ਼ਰ ਸਾਹਿਬ HM ਸਿੰਘ ਸੀਗੇ, ਮਦਰਾਸ ਤੋਂ ਆਏ ਹੋਏ ਸੀ, IAS ਅਫਸਰ ਸੀਨੀਅਰ ਸੀਗੇ ਸਾਡੇ ਨਾਲ। ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਇਸ ਤਰ੍ਹਾਂ ਇਹ ਨਹੀਂ। ਉਹ ਕਹਿੰਦੇ ਠੀਕ ਹੈ। ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਹਾਂ ਇੱਕ ਮੀਟਿੰਗ ਬੁਲਾਈ ਜਾ ਰਹੀ ਹੈ। ਜਿਹੜੇ ਸੀਨੀਅਰ ਤਾਂ ਨਹੀਂ ਸੀ, ਉਹ ਵੀ ਐਡਵਾਈਜ਼ਰ ਹੀ ਸੀਗੇ, ਲੇਕਿਨ ਗਵਰਨਰ ਸਾਹਿਬ ਉਹਨਾਂ ਦੇ ਜ਼ਿਆਦਾ ਅਸਰ ਥੱਲੇ ਸੀ।
ਕੋਹਲੀ ਸਾਹਿਬ ਸੀਗੇ, ਅੱਛਾ ਜੀ। ਪ੍ਰੀਤਮ ਸਿੰਘ ਕੋਹਲੀ ਸੀ ਉਹਨਾਂ ਦਾ ਨਾਮ। ਉਹ ਵੀ ਗਵਰਨਮੈਂਟ ਆਫ ਇੰਡੀਆ ਤੋਂ ਆਏ ਸੀਗੇ। ਉਹ ਹੋਮ ਵਗੈਰਾ ਸਾਰਾ ਉਹਨਾਂ ਕੋਲ ਚਾਰਜ ਸੀ ਕਿ ਉਹਨਾਂ ਦੇ ਹੇਠਾਂ ਇੱਕ ਮੀਟਿੰਗ ਕਾਲ ਹੋ ਰਹੀ ਹੈ। ਤੇ ਐਚ.ਐਮ. ਸਿੰਘ ਬੜੇ ਪਲੇਜ਼ੈਂਟ ਬੰਦੇ ਸੀ, ਸਮਾਈਲ ਕਰਦੇ ਕਰਦੇ ਕਹਿੰਦੇ ਤੇਰੇ ਬਾਰੇ ਉਹ ਸਾਰੇ ਜਿਹੜੇ ਹੈ ਨਾ ਥੋੜ੍ਹੇ ਜਿਹੇ ਤਲਖੀ ਮਹਿਸੂਸ ਕਰਦੇ ਆ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਕਰਿਓ, ਯੂ ਫਾਈਟ। ਓਕੇ। ਕਹਿੰਦੇ ਠੀਕ ਹੈ। ਅੱਛਾ। ਮੈਂ ਕਿਹਾ ਠੀਕ ਹੈ, ਮੈਂ ਚੁੱਪ ਰਹੂੰਗਾ। ਤੁਸੀਂ ਇਹ ਆਰਗੂ ਕਰਨਾ ਕਿ ਇਹ ਐਗਰੀਡ ਕਿ ਨਹੀਂ ਬਣਨੀ ਚਾਹੀਦੀ ਹੈ। ਮੈਂ ਕਿਹਾ ਠੀਕ ਹੈ, ਦੈਨ ਯੂ ਆਰਗੂ। ਗੱਲ ਕਹਿਣੀ ਹੈ। ਹਾਂ। ਤੇ ਮੀਟਿੰਗ ਸਰ ਪ੍ਰੀਤਮ ਸਿੰਘ ਕੋਹਲੀ ਨੇ ਲਈ। ਉੱਥੇ ਅਸੀਂ ਸਾਰੇ ਸੀਗੇ। ਉਧਰੋਂ ਹਰਿਆਣਾ ਸਰਕਾਰ ਦੇ ਸੈਕਟਰੀ ਵਾਸ ਲੀਡਿੰਗ ਦੇਅਰ ਡੈਲੀਗੇਸ਼ਨ। ਮੇਰੇ ਤੋਂ 2 ਸਾਲ ਸੀਨੀਅਰ ਸੀਗੇ ਮਿਸਟਰ ਹਨੂਮਾਨ ਦਾਸ ਬਾਂਸਲ। ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਯੂਨੀਅਨ ਟੈਰੀਟਰੀ ਗਵਰਨਮੈਂਟ ਆਫ ਇੰਡੀਆ ਵੱਲੋਂ ਮਤਲਬ ਵੀ ਇਹਨਾਂ ਨੂੰ ਵੀ ਕਿਹਾ ਜਾ ਸਕਦਾ ਇੱਥੇ ਯੂਨੀਅਨ ਟੈਰੀਟਰੀ ਵੱਲੋਂ ਉਹ ਵੀ ਉੱਥੇ ਹਾਜ਼ਰ ਸੀਗੇ। ਵੀ ਹਾਂ ਮੈਨੂੰ ਬਣਾਇਆ ਸੀ ਕਿਉਂਕਿ ਅਸੀਂ ਕਹਿੰਦੇ ਸੀ ਵੀ ਨਹੀਂ ਸਾਡੇ ਵਾਸਤੇ ਬੜਾ ਮੁਸ਼ਕਿਲ ਹੈ। ਪੰਜਾਬ ਸਰਕਾਰ ਦਾ ਇਹੋ ਸੀ ਵੀ ਅਸੀਂ ਨਹੀਂ ਬਣਾਉਣੀ, ਕੋਈ ਹੋਰ ਬਣਾਉਣਾ ਬਣਾ ਲਵੇ। ਉੱਥੇ ਮੀਟਿੰਗ ਸ਼ੁਰੂ ਹੋ ਗਈ। ਤੇ ਮੀਟਿੰਗ ਸ਼ੁਰੂ ਹੋ ਗਈ ਤੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਹੈ, ਆਹ ਜਿਹੜਾ ਕੰਮ ਚੱਲ ਰਿਹਾ ਸੀ ਬੰਦ ਹੋ ਗਿਆ, ਇਹਨੂੰ ਸ਼ੁਰੂ ਕਰਨਾ ਆਪਾਂ। ਤੇ ਉਹਨਾਂ ਨੇ ਐਚ.ਐਮ. ਸਿੰਘ ਜੀ ਬੋਲੇ ਕਿ ਨਹੀਂ ਜੀ ਸਿਕਿਉਰਿਟੀ ਨਹੀਂ ਹੈਗੀ ਤੇ ਇਸ ਕਰਕੇ ਇਹ ਨਹੀਂ ਅਜੇ ਚੱਲ ਸਕਦੀ, ਅਸੀਂ ਨਹੀਂ ਬਣਾ ਸਕਦੇ ਅਜੇ। ਸਾਡੇ ਇੰਜੀਨੀਅਰ ਬੜਾ ਡਰ ਹੈ, ਵਾਕਿਆ ਬੜਾ ਡਰ ਸੀਗਾ। ਉਹ ਸਾਰੇ ਸ਼ਾਇਦ ਬਤੇ ਵੀ ਪਾਸ ਕੀਤਾ, ਮੈਨੂੰ ਪਤਾ ਨਹੀਂ ਹੈ ਹੁਣ, ਇਹ ਯਾਦ ਨਹੀਂ ਇਹ ਗੱਲ ਦਾ। ਅੱਛਾ। ਤੇ ਓਵਰਆਲ ਮਾਹੌਲ ਬਹੁਤ ਡਰਾਉਣਾ ਸੀਗਾ। 1990 ਦੀ ਗੱਲ ਹੈ। ਉਦੋਂ ਐਬਸੋਲੂਟਲੀ ਹਾਈਟ ਤੇ ਸੀ ਸਾਰਾ ਕੁਝ। ਤੇ ਉੱਥੇ KPS ਗਿੱਲ ਬੈਠੇ ਸੀ, ਨਾਲ ਦੂਜੇ DGP ਜਿਹੜੇ CID ਦੇ ਇੰਚਾਰਜ ਅਸਾਮ ਤੋਂ ਆਏ ਸੀ OP ਸ਼ਰਮਾ, ਉਹ ਵੀ ਬੈਠੇ ਸੀਗੇ। ਤੇ ਮਿਸਟਰ KPS ਗਿੱਲ ਕਹਿੰਦੇ ਜੀ ਅਸੀਂ ਇਹਨਾਂ ਨੂੰ 2 ਬਟਾਲੀਅਨਾਂ ਦਿੰਦੇ ਹਾਂ, 48 ਘੰਟੇ 'ਚ ਦੇਵਾਂਗੇ ਤੇ ਆਪਣਾ ਜਾ ਕੇ ਉੱਥੇ ਕੰਮ ਸ਼ੁਰੂ ਕਰ ਲਓ। ਐਚ.ਐਮ. ਸਿੰਘ ਦੀ ਤਾਂ ਹਵਾ ਨਿਕਲ ਗਈ। ਹੁਣ ਮੈਂ ਹੋਰ ਕੀ ਕਹਾਂ। ਹਾਂ, ਉਹ ਚੁੱਪਚੇ ਹੋ ਗਏ। ਫਿਰ ਬੋਪਰ ਐਸਾ ਬੋਲੇ ਹੋਣਗੇ। ਮੈਂ ਵਾਅਦਾ ਕਰਕੇ ਗਿਆ ਸੀ ਬੋਲੂੰਗਾ ਨਹੀਂ ਤੇ ਰਿਹਾ ਨਹੀਂ ਗਿਆ, ਪੰਜਾਬ ਲਈ ਨਹੀਂ ਰਿਹਾ ਗਿਆ। ਮੈਂ ਸਿੱਧਾ ਹੀ ਹੋ ਪਿਆ। ਮੈਂ ਸਰ ਇਹ ਜਿਹੜੇ ਹੁਣ 48 ਘੰਟੇ 'ਚ ਸਾਨੂੰ 2 ਬਟਾਲੀਅਨਾਂ ਦਿੰਦੇ ਨੇ, ਇਹ 1.5 ਸਾਲ ਪਹਿਲਾਂ ਕਿੱਥੇ ਸੀਗੇ? ਅਸੀਂ 1.5 ਸਾਲ ਤੋਂ SYL ਆਪਣੇ ਖਰਚੇ ਤੇ 1 ਬਟਾਲੀਅਨ ਇਹਨਾਂ ਤੋਂ ਮੰਗਦੇ ਸੀ ਸਿਕਿਉਰਿਟੀ ਵਾਸਤੇ। ਇਹਨਾਂ ਨੇ ਸਾਨੂੰ ਨਹੀਂ ਦਿੱਤੀ ਤੇ 2 ਕਾਬਲ ਇੰਜੀਨੀਅਰ ਜਿਹੜੇ ਉਹ ਜਾਨ ਗਵਾ, ਔਰ ਸਾਡੇ ਉਹ ਜਾਨ ਗਵਾ ਬੈਠੇ। ਹੁਣ ਪੈ ਸਾਰਾ ਛਾਇਆ ਹੋਇਆ। ਦੂਜੀ ਗੱਲ ਇਹ ਹੈ ਕਿ ਜੋ ਇਹਨਾਂ ਨੇ ਸਿਕਿਉਰਿਟੀ ਪਲਾਨ ਭੇਜਿਆ, ਮੈਂ ਉਹ ਸਟੱਡੀ ਕੀਤਾ। ਉਹਦੇ ਵਿੱਚ ਇਹ SGO ਦੇ ਘਰ ਤੱਕ ਤਾਂ ਸਿਕਿਉਰਿਟੀ ਦਿੰਦੇ ਆ। ਇਹ ਨਹੀਂ ਵੀ ਸਿਕਿਉਰਿਟੀ ਦਿੱਤੀ ਹੋਵੇ ਤੇ ਫਿਰ ਇਨਸੀਡੈਂਟ ਨਹੀਂ ਹੁੰਦਾ, ਪਰ ਚਲੋ ਮੰਨ ਲਓ ਵੀ ਜੋ ਸਰਕਾਰ ਕਰ ਸਕਦੀ ਉਹਨਾਂ ਨੇ ਜ਼ਿਆਦਾ ਕਰ ਦਿੱਤਾ। ਇਹਨਾਂ ਨੇ SGO ਨੂੰ ਉਹਦੇ ਘਰ ਸਿਕਿਉਰਿਟੀ ਦਿੰਦੇ। ਜੇ ਮੈਂ ਕਿਹਾ ਬੰਦਾ ਨਹੀਂ ਹੁੰਦਾ ਜਾਂ ਇੰਪੋਰਟੈਂਟ ਨਹੀਂ ਹੁੰਦਾ? ਹਰੇਕ ਇੰਪੋਰਟੈਂਟ ਹੈ ਜੀ। ਸਰਵੇਅਰ ਹੋ ਸਕਦਾ, ਬੇਲਦਾਰ ਹੋ ਸਕਦਾ। ਉਹ ਤਾਂ ਕੱਲੇ ਬੰਦੇ ਨੂੰ ਜਿਹੜੇ ਕੰਮ ਕਰਦੇ ਉਹਨਾਂ ਨੂੰ ਜਾਣਦਾ। ਕੰਮ ਤਾਂ ਉਹਨੇ ਲੈਣਾ ਹੁੰਦਾ। ਉਹਦੇ ਕਾਰਨ ਇਸ ਕਰਕੇ ਇਹ ਚੀਜ਼ ਨਹੀਂ ਬਣ ਸਕਦੀ। ਤੇ ਹੋਰ ਸਟੇਟਾਂ ਆਈਆਂ ਨੇ, ਇਹਨਾਂ ਨੂੰ ਪੁੱਛ ਲਿਆ ਜਾਵੇ, ਇਹ ਬਣਾ ਲੈਣ। ਅੱਛਾ। ਫਿਰ ਉਹ ਤੁਸੀਂ ਇਲਜ਼ਾਮ ਦੀ ਪੂਰੀ ਜਾਲ ਵਿਛਾਤਾ ਉੱਥੇ। ਨਾ ਜੀ, ਤਾਈਓ ਬੁਲਾਏ ਗਏ ਸੀ। ਓਕੇ। ਕਿਸ ਵੇਲੇ ਡਰ ਹੈ? ਸਾਡੇ ਇੰਜੀਨੀਅਰ ਜਵਾਬ ਦਿੰਦੇ ਸੀ ਔਰ ਅਸੀਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਕਹਿੰਦੇ ਵੀ ਹਾਂ ਤੁਸੀਂ ਜਾਓ। ਸਾਰਾ ਕੁਝ ਉਹਨਾਂ ਸਾਹਮਣੇ ਹੋਇਆ। ਜਦੋਂ ਕਿ 1.5 ਸਾਲ ਤੋਂ ਅਸੀਂ ਮੰਗੀ ਜਾ ਰਹੇ ਹਾਂ, ਸਾਡੇ ਰਾਹੀਂ ਮੰਗਦੇ ਸੀ। ਸਾਰੀਆਂ ਜੋ ਫਾਈਲ ਵਰਕ ਸੈਕਟਰੀ ਦੇ ਰਾਹੀਂ ਗਈਆਂ ਹੋਈਆਂ ਸੀ। ਉਦੋਂ ਹਰ ਵਾਰੀ ਹੋਮ ਡਿਪਾਰਟਮੈਂਟ ਤੋਂ ਇਹੋ ਹੁੰਦਾ ਸੀ ਕਿ ਨਹੀਂ ਜੀ ਨਹੀਂ, ਹੈ ਨਹੀਂ, ਕਿਸੇ ਨਹੀਂ ਹੈ ਨਹੀਂ, ਸਾਨੂੰ ਸਿਕਿਉਰਿਟੀ ਬਾਹਰ ਚਾਹੀਦੀ ਹੈ।
ਤੇ ਹੁਣ ਇਹ 2 ਬਟਾਲੀਅਨ ਦੇ ਦਿੰਦੇ ਜਦੋਂ ਡਰ ਪੈ ਗਿਆ ਮੈਂ ਕਿਹਾ। ਔਰ ਜਦੋਂ ਇਹਨਾਂ ਦੀ ਸਿਕਿਉਰਿਟੀ ਪਲਾਨ ਪੂਰੀ ਸਿਕਿਉਰਿਟੀ ਵੀ ਨਹੀਂ ਇੰਸ਼ੋਰ ਕਰ ਸਕਦੀ ਇਨ ਮਾਈ ਓਪੀਨੀਅਨ। ਉਹ ਤਾਂ ਨਹੀਂ ਮੁੜ ਕੇ ਬੋਲੇ ਆਈਪੀਐਸ ਬਿਲਕੁਲ ਨਾ ਓਪੀ ਸ਼ਰਮਾ ਬੋਲੇ, ਉਹ ਨਹੀਂ ਮੁੜ ਕੇ ਬੋਲੇ। ਤੇ ਕੋਹਲੀ ਸਾਹਿਬ ਨੇ ਫਿਰ ਹਰਿਆਣੇ ਨੂੰ ਕਿਹਾ, ਹਰਿਆਣੇ ਦੇ ਰਿਪਰੈਜ਼ੈਂਟੇਟਿਵ ਮੇਰੇ ਨਾਲ 2 ਸਾਲ ਸੀਨੀਅਰ ਹਨੂਮਾਨ ਦਾਸ ਬਾਂਸਲ, ਉਹਨਾਂ ਨੇ ਆ ਕੇ ਉਹਨਾਂ ਨੇ ਬੜੀ ਸਿੱਧੀ ਇੱਕ ਟੁੱਕ ਗੱਲ ਕੀਤੀ ਕਿ ਜੀ ਮੈਂ ਆਪਣੇ ਹਾਈਐਸਟ ਲੈਵਲ ਤੋਂ ਕੰਸਲਟ ਕਰਕੇ ਆਇਆ, ਉਹਨਾਂ ਨਾਲ ਸਲਾਹ ਕਰਕੇ ਆਇਆ, ਔਰ ਹਰਿਆਣਾ ਸਰਕਾਰ ਦਾ ਇਹ ਸਟੈਂਡ ਹੈ ਕਿ ਅਸੀਂ ਨਹਿਰ ਨਹੀਂ ਬਣਾਵਾਂਗੇ, ਅਸੀਂ ਜਿਹੜੇ ਨਹੀਂ ਉਹ ਬਣਾਵਾਂਗੇ ਆਪਣੇ ਪਾਰਟ ਦੀ ਉਸ ਵੇਲੇ ਅਸੀਂ ਨਹੀਂ ਬਣਾਵਾਂਗੇ। ਅੱਛਾ ਹੁਣ ਜਿਹੜੇ ਛਾਲਾਂ ਮਾਰਦੇ ਹਾਲਾਤਾਂ ਨੂੰ ਮੁੱਖ ਨੇ, ਰੱਖਦਾ। ਕਦੇ ਸਿਕਿਉਰਿਟੀ ਸੁਪਰੀਮ ਕੋਰਟ ਜਾਂਦੇ ਨੇ, 100 ਬਿਆਨ ਦਿੰਦੇ ਨੇ, ਕਦੇ ਹੁਣ ਆਪ ਵਾਲੇ ਐਮਪੀ ਨੇ ਵੀ ਏਡਾ ਸਾਰਾ ਮੂੰਹ ਖੋਲ ਦਿੱਤਾ ਸੁਸ਼ੀਲ ਬਗੈਰ ਗੁਪਤਾ ਨੇ ਸੋਚਿਆ ਸਮਝਿਆ ਜੀ। ਵੀ ਉਦੋਂ ਜਦੋਂ ਮੌਤ ਅੱਗੇ ਦਿਖਾਈ ਦਿੰਦੀ ਸੀ ਉਦੋਂ ਬਣਾ ਪਾਣੀ ਵਾਸਤੇ ਲੈ ਕੇ ਜਾਓ। ਸਾਡੇ ਤਾਂ ਬੰਦੇ ਪਾਣੀ ਪਿੱਛੇ ਜਾਨ ਦਿੰਦੇ ਕਿ ਨਹੀਂ ਦਿੰਦੇ ਪਿੰਡਾਂ। ਬਿਲਕੁਲ ਠੀਕ ਹੈ। ਜਦੋਂ ਤਾਂ ਮੌਤ ਅੱਗੇ ਸੀ ਖੜੀ ਉਦੋਂ ਭੱਜ ਗਿਆ। ਉਦੋਂ ਤਾਂ ਭੱਜ ਗਏ। ਹੁਣ ਕਹਿੰਦੇ ਸਾਨੂੰ ਪਾਣੀ ਦਿਓ। ਸੁਪਰੀਮ ਕੋਰਟ ਤੋਂ ਵੀ ਉੱਥੇ ਵੀ ਤੁਹਾਨੂੰ ਪਤਾ ਜੋ ਹਾਲ ਹੈਗਾ। ਇੱਕ ਹੁਣ ਨਵੇਂ ਚੀਫ ਜਸਟਿਸ ਜਿਹੜੇ ਆਏ ਇਹ ਸੋਹਣਾ ਕੰਮ ਕਰੇ, ਨਹੀਂ ਕਾਹਦੀਆਂ ਕੋਰਟਾਂ ਨੇ ਸਾਡੀਆਂ। ਫਿਰ ਕੀ ਮੀਟਿੰਗ 'ਚ ਕੀ ਨਿਬੜਿਆ? ਸਾਨੂੰ ਸੁਣਨ ਵਾਲੇ ਉਹ ਢੀਕਦੇ ਹੋਣਗੇ ਵੀ ਕਿਵੇਂ ਡੱਕਾ ਲੱਗਾ। ਫਿਰ ਜੀ ਤੀਜੇ ਧਿਰ ਨੂੰ ਪੁੱਛਿਆ ਗਿਆ, ਤੀਸਰੀ ਧਿਰ ਟੈਰੀਟਰੀ ਨੂੰ। ਅੱਛਾ, ਚੰਡੀਗੜ੍ਹ ਨੂੰ। ਹਾਂ ਪੂਰੀ ਉਹਦੇ ਟੌਪ ਲੀਡਰਸ਼ਿਪ ਸਾਡੀ ਉੱਥੇ ਸੀਗੀ। ਉਹਨਾਂ ਨੇ ਜਵਾਬ ਦਿੱਤਾ ਕਿ ਨਹੀਂ ਅਸੀਂ ਨਹੀਂ ਬਣਾ ਸਕਦੇ, ਅਸੀਂ ਨਹੀਂ ਬਣਾਵਾਂਗੇ। ਹਾਂ, ਉਹਨਾਂ ਨੇ ਜਦੋਂ ਇਹ ਹਾਲਾਤ ਹੋ ਗਏ ਤੇ ਜਿੰਨੇ ਵੀ ਐਡਵਾਈਜ਼ਰ ਇੱਥੇ ਹੁੰਦੇ ਨਾ ਗਵਰਨਰ ਰਾਜ, ਉਹ ਸਾਰੇ ਉਸ ਤੋਂ ਬਾਅਦ ਗਵਰਨਰ ਬਣਨਾ ਚਾਹੁੰਦੇ। ਓਕੇ। ਹਾਂ, ਜਲਦੀ ਤੋਂ ਜਲਦੀ। ਉਹਨਾਂ ਕੋਈ ਇਨਸਾਫ ਨਾਲ ਨਹੀਂ ਹੈ, ਉਹਨਾਂ ਨੇ ਆਪਣੇ ਆਕਾ ਨੂੰ ਖੁਸ਼ ਕਰਨਾ ਉੱਥੇ। ਬਸ ਇਸ ਚੀਜ਼ 'ਚ ਸਾਰਾ ਐਡਮਿਨਿਸਟ੍ਰੇਸ਼ਨ ਸਾਰਾ ਭਾਰਤ ਵਰਸ਼ ਦਾ ਖੇਰੂ ਹੋ ਗਿਆ ਕਿ ਇਹ ਨਹੀਂ ਮੈਂ ਆਪਣੀ ਡਿਊਟੀ ਦੇਖਾਂ, ਡਿਊਟੀ ਮੇਰੀ ਕੀ ਹੈ, ਮੇਰੀ ਕੀ ਸੋਚ ਹੋਣੀ ਚਾਹੀਦੀ। ਨਹੀਂ, ਮੈਂ ਕਿਵੇਂ ਇਹਨੂੰ ਕੁਰਸੀ ਨੂੰ ਵਰਤ ਕੇ ਅੱਗੇ ਉੱਪਰ ਕਿਵੇਂ ਜਾ ਸਕਦਾ। 100 ਐਗਜ਼ਾਮਪਲਾਂ ਦੇ ਸਕਦਾ ਮੈਂ ਤੁਹਾਨੂੰ। ਚਲੋ ਇਹ ਮੀਟਿੰਗ ਤੇ ਆਓ। ਫਿਰ ਕਿਵੇਂ ਮੀਟਿੰਗ ਕਿਵੇਂ ਖਤਮ ਹੋਈ? ਮੀਟਿੰਗ ਫਿਰ ਉਹ ਕੋਹਲੀ ਸਾਹਿਬ ਕੁਰਸੀ ਦੇ ਅੱਗੇ ਆ ਗਏ। ਅੱਛਾ ਜੀ। ਹਾਂ, ਮੇਰੇ ਨਾਲ ਉਹਨਾਂ ਨੇ ਹਿੱਕ ਲਾ ਲਈ। ਮੇਰੇ ਉੱਪਰ ਤੁਹਾਨੂੰ ਪਤਾ ਹੋਵੇ ਤੇ ਲਾ ਕੇ ਤੇ ਕਹਿੰਦੇ ਚੀਫ ਇੰਜੀਨੀਅਰ ਕੌਣ ਹੈ? ਉਹ ਸਾਡੇ ਮਿਸਟਰ ਸਾਹੀ ਸੀਗੇ। ਅੱਛਾ ਜੀ। ਹੀ ਵਾਜ਼ ਐਨ ਐਸਸੀ ਸੀਨੀਅਰ ਮੋਸਟ ਸੀਗੇ ਸਾਡੀ ਆਰਗੇਨਾਈਜੇਸ਼ਨ ਵਿੱਚ, SYL ਵਿੱਚ ਆਰਗੇਨਾਈਜੇਸ਼ਨ ਵਿੱਚ। ਤੇ ਉਹਨਾਂ ਨੂੰ ਅਸੀਂ ਅਫੀਸ਼ੀਏਟਿੰਗ ਚਾਰਜ ਦਿੱਤਾ ਹੋਇਆ ਸੀ। ਉਹ ਖੜੇ ਹੋ ਗਏ। ਮੈਂ ਕਿਹਾ ਜੀ ਮਿਸਟਰ ਸਾਹੀ ਨੇ ਅਫੀਸ਼ੀਏਟਿੰਗ ਚੀਫ ਇੰਜੀਨੀਅਰ ਨੇ ਤੁਹਾਡੇ ਕਰਕੇ ਪੁਲਿਸ ਇਲਜ਼ਾਮ ਤੋਂ ਮਤਲਬ ਉਂਗਲ ਖਾ ਤੁਹਾਡੇ ਕਰਕੇ ਪੰਜਾਬ ਐਡਮਿਨਿਸਟ੍ਰੇਸ਼ਨ ਦਾ ਨਾਮ ਬਦਨਾਮ ਹੋ ਗਿਆ। ਤੁਸੀਂ ਮਤਲਬ ਬੁਜ਼ਦਿਲੀ ਦਿਖਾਈ ਹੈ। ਚਲੋ ਉੱਥੇ ਸਵੇਰ ਤੁਹਾਨੂੰ ਪਹੁੰਚ ਜਾਣਗੀਆਂ। ਉਹ ਤਾਂ ਮੇਰਾ ਖਿਆਲ ਉਦੋਂ ਇੰਜੀਨੀਅਰਾਂ ਨੇ ਕਿਹਾ ਵੀ ਅਸੀਂ ਬਾਈਕਾਟ ਕਰਦੇ, ਕੰਮ ਨਹੀਂ ਕਰਨਾ। ਪਹਿਲਾਂ ਕਹਿ ਚੁੱਕੇ ਸੀ। ਪਹਿਲਾਂ ਕਹਿ ਚੁੱਕੇ ਤੇ ਇਸੇ ਕਰਕੇ ਕਿਹਾ ਵੀ ਤੁਸੀਂ ਬੁਜ਼ਦਿਲ ਜੇ। ਨੈਚੁਰਲੀ ਹੁਣ ਉਹ ਕਹਿੰਦੇ ਤੁਸੀਂ ਕੰਮ ਨਹੀਂ ਕਰਦੇ। ਓਕੇ। ਬੁਜ਼ਦਿਲ ਤਾਂ ਸ਼ਾਇਦ ਨਾ ਕਿਹਾ। ਓਕੇ। ਹਾਂ, ਪਰ ਤੁਹਾਡੇ ਕਰਕੇ ਕਹਿੰਦੇ ਪ੍ਰਭਾਵ ਇਹੀ ਦਿੱਤਾ। ਹਾਂ, ਤੁਹਾਡੇ ਕਰਕੇ ਪੰਜਾਬ ਸਰਕਾਰ ਦਾ ਨਾਮ ਬਦਨਾਮ ਬਹੁਤ ਵੱਡੀ ਤੋਹਮਤ ਹੈ ਜੀ। ਜਿਵੇਂ ਇੰਦਰਾ ਗਾਂਧੀ ਨੇ ਵਿਚਾਰੇ ਬੀਡੀ ਪਾਂਡੇ ਤੇ ਲਾਤੀ ਕਿ ਸਾਰੀ ਤੋਹਮਤ ਇੱਕ ਚੀਫ ਇੰਜੀਨੀਅਰ ਤੇ ਲਾਤੀ, ਇੰਜੀਨੀਅਰਾਂ ਤੇ ਸਾਡਿਆਂ ਤੇ ਲਾਤੀ। ਓਕੇ। ਚਲੋ ਕਹਿੰਦੇ ਉੱਥੇ ਤੁਹਾਨੂੰ ਸਿਕਿਉਰਿਟੀ ਆ ਜਾਏਗੀ ਔਰ ਕੰਮ ਸ਼ੁਰੂ ਕਰੋ। ਜਦੋਂ ਇਹ ਕਿਹਾ ਉਹਨਾਂ ਨੇ, ਮੈਂ ਉਂਗਲ ਰੇਸ ਕੇ ਮੈਂ ਕਿਹਾ ਜਸਟ ਅ ਮਿਨਟ ਸਰ। ਪਤਾ ਨਹੀਂ ਮੇਰੀ ਆਵਾਜ਼ ਕੀ ਸੀ, ਉਹ ਪਿੱਛੇ ਡਿੱਗ ਪਈ ਐਕਚੁਅਲੀ ਕਰਕੇ ਨਾ। ਅੱਛਾ, ਆਏ ਤਾਂ ਵੈਸੇ ਤਾਂ ਅੱਗੇ ਹੁਕਮ ਕਰਨਾ। ਆਵਾਜ਼ 'ਚ ਕੀ ਹੋਣਾ ਜੀ? ਪੰਜਾਬ ਦਾ ਦਰਦ ਹੀ ਹੋਣਾ, ਹੋਰ ਕੀ ਹੋਣਾ ਆਵਾਜ਼ 'ਚ? ਬਸ ਉਹ ਦਰਦ ਚੀਖ ਨਿਕਲੀ। ਅੱਛਾ, ਚੀਸ ਨਿਕਲੀ ਅੰਦਰੋਂ, ਗੋਬਰ ਆਇਆ ਤਾਂ ਚੀਸ ਨਿਕਲੀ। ਬਿਲਕੁਲ ਠੀਕ ਹੈ। ਜਸਟ ਅ ਮਿਨਟ ਸਰ। ਔਰ ਉਦੋਂ ਮੈਨੂੰ ਪਰਮਾਤਮਾ ਨੇ ਉਹ ਲਾਈਨ ਸੁੱਟੀ ਜਿਹੜੀ ਕਦੇ ਸੋਚੀ ਨਹੀਂ ਸੀ।
ਮੈਂ ਕਿਹਾ ਜੀ SYL ਹੂੰ ਉਸ ਗੁੱਥੀ ਵਿੱਚ ਗੁੰਨੀ ਹੋਈ ਹੈ ਹੂੰ ਜਿਸ ਗੁੱਥੀ ਦਾ ਨਾਮ ਹੈ ਰਾਜੀਵ ਲੋਂਗੋਵਾਲ ਅਕੋਰਡ। ਉਸ ਗੁੱਥੀ ਚੋਂ ਪਹਿਲੀ ਆਈਟਮ ਜੇ ਪੜ੍ਹੋਗੇ ਤੁਸੀਂ ਇਹ ਹੈ ਕਿ ਚੰਡੀਗੜ੍ਹ 26 ਜਨਵਰੀ 1985 ਨੂੰ 86 86 ਨੂੰ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏਗਾ। ਬਿਲਕੁਲ ਅੱਜ 1990 ਹੈ, ਕੀ ਬਾਤ ਚੰਡੀਗੜ੍ਹ ਆ ਗਿਆ। ਕੀ ਬਾਤ ਮੈਂ ਕੋਹਲੀ ਸਾਹਿਬ ਨੂੰ ਪੁੱਛਿਆ, ਸਵਾਦ ਆ ਗਿਆ ਜੀ। ਮੈਂ ਕਿਹਾ ਚੰਡੀਗੜ੍ਹ ਆ ਗਿਆ ਜੀ। ਹੂੰ ਤੇ ਜੇ ਪਹਿਲੀ ਆਈਟਮ ਅਜੇ ਤਾਈਂ ਮੈਂ ਨਹੀਂ ਗਲਤ ਨਹੀਂ ਨਿਕਲੀ, ਗਿਆ, ਇਹ ਪੰਜਾਬੀ ਚ ਗੜੁੱਚ ਅਫਸਰ ਹੀ ਇਹ ਗੱਲ ਕਹਿ ਸਕਦਾ ਸੀ। ਚਲੋ ਅੱਗੇ ਚਲੋ। ਅਸੂਲ ਵਿੱਚ ਗੁਰੋਚ ਫਿਰ ਵੀ ਮੈਂ ਕਹਾਂਗਾ ਠੀਕ ਹੈ। ਅਸੂਲ ਗਵਰਨੈਂਸ ਦੇ ਜੀ, ਅਸੂਲ ਹੁੰਦੇ, ਜੀ 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 ਜੀ। ਗਵਰਨੈਂਸ ਦੇ ਅਸੂਲ ਹੁੰਦੇ ਆ। ਜੇ ਮੈਨੂੰ ਉੱਥੋਂ ਸਾਰਿਆਂ ਦਾ ਸੀਨੀਅਰ ਬੰਦਾ, ਕਈ ਵਾਰ ਜਿਹੜੇ ਟੈਕਨੀਕਲ ਬੰਦੇ ਹੁੰਦੇ ਨੇ ਬੜੇ ਸਿਆਣੇ ਹੁੰਦੇ, ਸਾਡੇ ਆਈ ਸੋਚ ਆਪਣੀ ਧੌਣ ਜੀ ਚਲੇ ਤਾਂ ਬਹੁਤਾ ਮਿਕਸਅਪ ਨਹੀਂ ਕਰਦੇ, ਉਸ ਨੂੰ ਸਮਝਦੇ ਨਹੀਂ। ਲੇਕਿਨ ਉਹਨਾਂ ਨੇ canals are not dug under the shadow of bayonets ਕਿ ਕਮਾਲ ਕਰਤੀ ਕਿ ਨਹੀਂ ਕਰਤੀ, ਜਿਹੜਾ ਪੋਲੀਟੀਕਲ ਲੈਵਲ ਨਹੀਂ ਸੀ ਸਮਝ ਸਕਦਾ। ਫਿਰ ਸਰ ਕੋਹਲੀ ਸਾਹਿਬ ਕੀ ਬੋਲੇ ਜਦੋਂ ਤੁਸੀਂ ਗਰਜੇ? ਮੈਂ ਕਿਹਾ ਜੀ ਇਹ ਜਿੰਨੀ ਦੇਰ ਪੰਜਾਬ ਦੀ ਇੱਕ ਮੱਦ ਨਹੀਂ ਨਿਕਲ ਸਕਦੀ, ਤੁਸੀਂ ਚੌਥੇ ਨੰਬਰ ਤੇ ਜਾਂ ਤੀਜੇ ਤੇ ਜਾਂ ਪੰਜਵੇਂ ਤੇ ਮੈਨੂੰ ਯਾਦ ਨਹੀਂ ਹੈ, ਉਹ ਮੱਦ ਤੁਸੀਂ ਕਿਵੇਂ ਪਹਿਲਾਂ ਕੱਢ ਸਕਦੇ ਹੋ, ਇਹ ਨਹੀਂ ਕੱਢ ਸਕਦੇ। ਉੱਥੇ ਸਾਰੀ ਮੀਟਿੰਗ, ਉੱਥੇ ਕੋਹਲੀ ਸਾਹਿਬ ਦੀ ਫੂਕ ਨਿਕਲ ਗਈ, ਕਰਤੀ ਫੂਕ। ਉਸ ਅਸੂਲ ਦਾ ਕੋਈ ਜਵਾਬ ਨਹੀਂ ਸੀ, ਉਹ ਇੱਕ ਅਸੂਲ ਸੀਗਾ। ਮੈਂ ਕਿਹਾ ਇਹ ਉਹ ਰਿਕਾਰਡ ਹੈ ਜਿਹਨੂੰ ਭਾਰਤ ਦੀ ਮੇਰੇ ਖਿਆਲ ਦੋਨੋਂ ਹਾਊਸਸ ਨੇ ਇਕੱਠੇ ਬੈਠ ਕੇ ਸ਼ਾਇਦ ਬਿਲਕੁਲ ਠੀਕ ਪਾਰਲੀਮੈਂਟ ਰਿਕਾਰਡ ਨੂੰ ਟੇਬਲ ਥਪਥਪਾ ਕੇ ਪਾਸ ਕੀਤਾ ਹੈ। ਉਹਦੀ ਵਾਇਲੇਸ਼ਨ ਵਿੱਚ ਤੁਸੀਂ ਕਿਵੇਂ ਕੰਮ ਮਤਲਬ ਕਰ ਸਕਦੇ ਹੋ, ਉਹਦਾ ਮੀਨਿੰਗ ਇਹ ਹੈ। ਸੋ ਉਹ ਗੱਲ ਉੱਥੇ ਰਹਿ ਗਈ। ਫਿਰ ਗਵਰਨਰ ਸਾਹਿਬ ਨੇ ਮੀਟਿੰਗ ਕਰ ਲਈ ਤੇ ਇੱਧਰ ਉਦੋਂ ਤਾਈਂ ਐਡਵਾਈਜ਼ਰ ਬਦਲ ਗਏ ਸੀ। HM ਸਿੰਘ ਦੀ ਜਗ੍ਹਾ ਮਿਸਟਰ PK ਕਟਪਾਲੀ ਆ ਗਏ, ਸਾਡੇ ਕਾਡਰ ਦੇ ਸੀਗੇ, ਮੇਰੇ ਨਾਲ ਬਹੁਤ ਸੀਨੀਅਰ ਸੀਗੇ, ਬੜੇ ਅਸੂਲ ਦੇ ਬੰਦੇ ਸੀ, ਬਹੁਤ ਤਗੜੇ ਬੰਦੇ ਸੀ। ਇਹੋ ਜਿਹੇ ਬੰਦਿਆਂ ਨੂੰ ਭਾਰਤ ਸਰਕਾਰ ਨੇ ਬੇਅਸੂਲਿਆਂ ਨੇ ਕਈ ਵਾਰੀ ਨਾ ਉੱਪਰ ਤੱਕ ਨਹੀਂ ਜਾਣ ਦਿੱਤਾ, ਉੱਪਰਲੇ ਲੈਵਲ ਤੱਕ ਜਿੱਥੇ ਤਾਈਂ ਉਹਨਾਂ ਨੂੰ ਜਾਣਾ ਚਾਹੀਦਾ ਸੀ ਨਾ, ਉਹ ਵਰਤਿਆ ਨਹੀਂ ਸਰਕਾਰ ਨੇ। ਅਸੂਲ ਤੇ ਬੇਅਸੂਲ ਸੁਮੇਲ ਨਹੀਂ ਹੋ ਸਕਦਾ। ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਸੀਗੇ, ਕਮਾਲ ਹੈ ਕੋਈ ਚੀਜ਼ ਇੱਧਰ ਉੱਧਰ ਹੋ ਜਾਵੇ, ਔਰ ਬੜੇ ਕਾਮ ਕੁਆਇਟ ਬੰਦੇ ਸੀਗੇ। ਫਿਰ ਗਵਰਨਰ ਸਾਹਿਬ ਨਾਲ ਕੀ ਨਿਬੜੇ ਜੀ? ਉਹਨਾਂ ਨੇ ਉਹ ਬਿਲਕੁਲ ਮੇਰੀ ਸਹਿਮਤ ਸੀ ਸਾਰੀ ਗੱਲ ਤੋਂ। ਉਹਨਾਂ ਨੂੰ ਮੈਂ ਉਹ ਗੱਲ ਵੀ ਦੱਸੀ ਕਿ ਜੀ ਮੈਨੂੰ ਸੈਕਟਰੀ ਵਾਟਰ ਰਿਸੋਰਸ ਨੇ ਐਡਵਾਈਸ ਦਿੱਤੀ, ਕਹਿੰਦੇ ਬਿਲਕੁਲ ਠੀਕ ਹੈ। ਅੱਛਾ, ਤਾਂ ਹੀ ਵਾਸ ਸਪੋਰਟਿੰਗ ਮੀ ਉਸ ਮੀਟਿੰਗ ਦੇ ਵਿੱਚ। ਅੱਛਾ, ਮੀਟਿੰਗ ਸ਼ਾਇਦ ਕਿਸੇ ਨੂੰ ਉਡੀਕ ਰਹੇ, ਸ਼ਾਇਦ ਚੀਫ ਸੈਕਟਰੀ ਸਾਹਿਬ ਨੇ ਆਉਣਾ ਸੀਗਾ, ਕਪੂਰ ਸਾਹਿਬ ਨੇ। ਤੇ ਤੁਸੀਂ ਇਹ ਦੇਖੋ ਤਰਲੋਚਨ ਜੀ, ਮੇਰੇ ਹੱਥ ਕੰਬਣ। ਕਿਉਂ ਜੀ? ਟੈਨਸ਼ਨ ਇੰਨੀ ਹੁੰਦੀ ਹੈ, ਤੁਸੀਂ ਕਿਵੇਂ ਕਿਸੇ ਨੂੰ ਨਾ ਕਰ ਸਕਦੇ ਹੋ। ਕੋਈ ਤੁਹਾਡੇ 'ਚ ਉਸੂਲ ਹੋਣਾ ਚਾਹੀਦਾ, ਉਸੂਲ 'ਤੇ ਖੜੇ ਹੋਣਾ ਚਾਹੀਦਾ। ਇਹ ਤਾਂ ਨਹੀਂ ਮੈਂ ਗੱਲ ਦੱਸ ਦਿੱਤੀ, ਅੱਗੇ ਜੋ ਮਰਜ਼ੀ ਕਰ ਲਓ ਤੁਸੀਂ। ਅੱਛਾ, ਮੀਟਿੰਗ ਅਜੇ ਸ਼ੁਰੂ ਹੋਣੀ ਸੀ ਤੇ ਗਵਰਨਰ ਸਾਹਿਬ ਮੇਰੇ ਵੱਲ ਦੇਖ ਕੇ ਮੈਨੂੰ ਮੁਖਾਤਬ ਹੋਏ, ਕਹਿੰਦੇ ਆਪ ਤਾਂ ਚਾਹਤੇ ਹੀ ਹੈ ਕਿ SYL ਨਾ ਬਣੇ। ਮੈਂ ਪਹਿਲੋਂ ਕਹਿਣ ਲੱਗਾ ਵੀ ਕਿਤੇ ਤੁਹਾਨੂੰ ਵੱਖਵਾਦੀ ਤੇ ਨਹੀਂ ਕਹਿਤਾ ਉਦੋਂ ਇਹਦਾ ਮਤਲਬ ਦੇਖੋ ਕਿੰਨਾ ਵੱਡਾ ਇਲਜ਼ਾਮ ਹੈ ਕਿ ਮੈਂ ਨਹੀਂ ਚਾਹੁੰਦਾ ਕਿ SYL ਨਾ ਬਣੇ। ਗੱਲ ਤੇ ਚੱਲ ਗਈ ਹੋਣੀ ਨਾ, ਕੋਈ ਇਹ ਅੜਿਆ ਪਿਆ। ਤੇ ਤਾਈਓ ਤਾਂ ਮੈਨੂੰ HM ਸਿੰਘ ਹੋਰਾਂ ਨੇ ਕਿਹਾ ਸੀ ਕਿ ਤੁਸੀਂ ਉਹ ਨਾ ਬੋਲੇ, ਮੈਂ ਬੋਲੂੰ, ਤੁਹਾਡੇ ਜਗ੍ਹਾ ਤਲਕ ਹੁੰਦੇ। ਜੀ। ਖੈਰ, ਮੈਂ ਕਿਹਾ ਹੁਣ ਵੱਡੇ ਆਦਮੀ, ਮੈਂ ਇਹਨਾਂ ਨੂੰ ਕੀ ਕਹਾਂ, ਮੈਂ ਚੁੱਪ ਰਿਹਾ। ਦੂਜੀ ਵਾਰੀ ਫਿਰ ਕਹਿੰਦੇ, फिर मेरे पास देख के कहते आप तो चाहते ही हैं कि SYL ना बने। मैंने कहा जो मैं चाहता हूँ, जो मैं इस वक्त एहसास महसूस कर रहा हूँ, जो चीज़ मेरे को ठीक लगी है वो मैंने फाइल में लिखी है, और ये इतनी बड़ी फाइल अब आपके सामने मोड़ दो इसको। हाँ, तुझे लिख दो, मतलब ये था नहीं मैं क्या कर दो ऑर्डर, लेकिन मैं क्या हाँ फाइल आपके आगे पड़ी है। वो कटवालिया साहब दे रहे गए, कटवालिया साहब भी बोले कि नहीं जी ये गल ठीक नहीं होनी। उत्थे फिर गल हो गई उदों दी। फिर ये सारा जिहड़ा सी ना ये नारा कि ये एक राजीव लोंगोवाल अकॉर्ड का हिस्सा है जिहड़ा कि लागू नहीं किया गया अजे ताईं, इस करके ये भी नहीं हो सकता।
ਇਹ ਇਦਾਂ ਬੰਦ ਪਈ। ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਦੋਂ ਇਹੋ ਹੀ ਅਡਾਪਟ ਕਰ ਲਿਆ ਓਕੇ ਔਰ ਇਦਾਂ ਇਹ ਜਿਹੜੀ ਹੈ ਨਹੀਂ ਬਣੀ ਉਦੋਂ। ਮਤਲਬ ਐਸਓਐਲ ਨੂੰ 1990 ਚ ਇਸ ਢੰਗ ਨਾਲ ਬੋਪਾ ਰਾਏ ਸਾਹਿਬ ਨੇ ਡੱਕਾ ਲਾਇਆ। ਉਹਦੇ ਚ ਸਹਿਯੋਗ ਵੀ ਸੀ, ਬਾਕੀਆਂ ਦਾ ਵੀ, ਅਫਸਰਾਂ ਦਾ ਸਹਿਯੋਗ ਸੀ, ਪਰਮਾਤਮਾ ਪਰ ਨੇ ਇਹ ਵੀ ਪਰਮਾਤਮਾ ਨੇ ਲਾਇਆ ਤੁਸੀਂ ਉਹੀ ਉਹ ਹੁੰਦਾ ਹੈ ਫਾਊਂਡੇਸ਼ਨ, ਉਹ ਕਹਿੰਦੇ ਨਾ ਵੀ ਜਦੋਂ ਕੋਈ ਮੀਟਿੰਗ ਹੁੰਦੀ ਹੈ ਤੇ ਤੁਸੀਂ ਉਹ ਭੂਮਿਕਾ ਬੰਨ੍ਹੋ, ਓਪੀਨੀਅਨ ਜੁੜ ਜੇ ਤੇ ਗੱਲ ਨਿਬੜ ਜਾਂਦੀ ਹੈ। ਸੋ ਇਹਦਾ ਮਤਲਬ 1990 ਤੋਂ ਲੈ ਕੇ 2022 ਆ ਗਿਆ, 32 ਸਾਲ ਉਹ ਜਿਹੜੀ ਮੀਟਿੰਗ ਸੀ ਜਿਹਦੇ ਵਿੱਚ ਇਹ ਸਾਰੇ ਤੱਥ ਰੱਖੇ ਸੀ, ਉਹਦੇ ਕਾਰਨ ਅੱਜ ਤੱਕ ਉਹ ਉੱਥੇ ਰੁਕੀ ਪਈ ਹੈ। ਹਾਂਜੀ ਉੱਥੇ ਰੁਕੇ। ਉਸ ਤੋਂ ਬਾਅਦ ਇਹਨਾਂ ਕੋਈ ਟਾਈਟ ਹੋਈ ਵੀ ਆ ਸ਼ਾਇਦ। ਉਹ ਚੱਲਦਾ ਰਿਹਾ। ਹਾਂ। ਤੇ ਕੋਰਟਾਂ ਤੋਂ ਕੋਈ ਪੰਜਾਬ ਨੂੰ ਕਦੇ ਵੀ ਨਹੀਂ ਮਿਲਿਆ ਇਨਸਾਫ, ਨਾ ਹੁਣ ਮਿਲਣਾ, ਮੈਨੂੰ ਨਾ ਲੱਗਦਾ ਨਾ ਬੋਪਾ ਰਾਏ ਸਰਕਾਰਾਂ ਤੋਂ ਸਾਹਿਬ ਮਿਲਣਾ। ਜਿਹੜਾ ਡੱਕਾ ਲੱਗਾ ਅੱਜ ਇਹ ਗੱਲ ਨੂੰ ਵੀ ਇੱਥੇ ਹੀ ਰੋਕਦੀ ਹੈ। ਤੁਹਾਡੇ ਉਹ ਕੀ ਕਹਿੰਦੇ ਹੁੰਦੇ, ਨੈਚੁਰਲ ਜਿਹੜੇ ਬੋਲ ਨੇ, ਤੁਸੀਂ ਦਿਲੋਂ ਜਿਹੜੀ ਗੱਲ ਕਰਦੇ ਜੇ, ਸੁਣਨ ਨੂੰ ਬੜਾ ਦਿਲ ਕਰਦਾ। ਜੇ ਮੇਰਾ ਕਰਦਾ ਤੇ ਸਾਰੇ ਪੰਜਾਬ ਨੂੰ ਕਰਦਾ ਹੋਊਗਾ। ਮੈਨੂੰ ਇਹ ਲੱਗਦਾ ਵੀ ਅੱਜ ਆਪਾਂ ਐਸ ਬੋਪਾ ਰਾਏ ਦੀ ਗੱਲ ਜਿਹੜੀ ਹੈ ਇੱਥੇ ਖਤਮ ਤਾਂ ਨਹੀਂ ਹੋਣੀ, ਅੱਗੇ ਵੀ ਇਹਨਾਂ ਦੇ ਅੰਦਰੋਂ ਕਈ ਕੁਛ, ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ, ਖਰੋਦਾਂਗੇ, ਤੁਹਾਡੇ ਸਾਹਮਣੇ ਰੱਖਾਂਗੇ। ਪਰ ਇੱਕ IAS ਅਫਸਰ ਤੇ ਨਾਲ ਪੰਜਾਬੀ, ਪਰ ਉਹਨਾਂ ਦੀ ਬਹੁਤ ਗ੍ਰੇਟਨੈਸ ਹੈ। ਉਹ ਆਪਣੇ ਆਪ ਨੂੰ ਇਹ ਨਹੀਂ ਕਹਿੰਦੇ ਵੀ ਮੈਨੂੰ ਕਹੋ ਮੈਂ ਬਹੁਤ ਵੱਡਾ ਪੰਜਾਬੀ, ਉਹ ਕਹਿੰਦੇ ਅਸੂਲ ਸੀ। IAS ਅਫਸਰ ਦੀ ਇਹ ਡਿਊਟੀ ਸੀ ਸੰਵਿਧਾਨ ਨੂੰ ਲਾਗੂ ਕਰਨਾ, ਲੋਕਾਂ ਦੀ ਓਪੀਨੀਅਨ ਜਿਹੜੀ ਮੀਟਿੰਗ 'ਚ ਰੱਖਣੀ, ਉੱਚ ਅਧਿਕਾਰੀਆਂ ਕੋਲ ਰੱਖਣੀ। ਪਰ ਜੋ ਵੀ ਹੈ, ਇੱਕ ਬਹੁਤ ਵੱਡਾ ਇਤਫਾਕ ਸੀ ਵੀ ਉਸ ਵੇਲੇ 1990 ਚ ਇਰੀਗੇਸ਼ਨ ਡਿਪਾਰਟਮੈਂਟ ਦੇ ਸਕੱਤਰ SS ਬੋਪਾ ਰਾਏ ਸਨ। ਜੇ ਕੋਈ ਹੋਰ ਹੁੰਦਾ ਸ਼ਾਇਦ ਉਹ ਵੀ ਏਦਾਂ ਕਰਦਾ, ਪਰ ਜੇ ਏਦਾਂ ਦਾ ਕੋਈ ਹੋਰ ਨਾ ਹੁੰਦਾ ਤੇ ਫਿਰ SVL ਕਿੱਥੇ ਪਹੁੰਚੀ ਹੁੰਦੀ, ਇਹਦੇ ਬਾਰੇ ਵੀ ਕੁਝ ਨਹੀਂ ਕਹਿ ਸਕਦੇ। ਸੋ 1990 ਤੋਂ ਲੈ ਕੇ ਅੱਜ ਤੱਕ SVL ਨੂੰ ਰੋਕਣ ਵਾਲੇ, ਡੱਕਾ ਲਾਉਣ ਵਾਲੇ ਜਿਹੜੀ ਸ਼ਖਸੀਅਤ ਹੈ SS ਬੋਪਾ ਰਾਏ ਤੁਹਾਡੇ ਸਨਮੁਖ ਪੇਸ਼ ਕੀਤੀ ਹੈ। ਔਰ ਏਦਾਂ ਦੇ ਹੋਰ ਡੂੰਘੇ ਤੱਥ ਜਲਦੀ ਤੁਹਾਡੇ ਸਾਹਮਣੇ ਹੋਰ ਵੀ ਰੱਖਾਂਗੇ।